ਰਾਜੇ ਕੱਲ੍ਹ ਆਪਾਂ ਇੱਕ ਕੁਐਸਚਨ ਕਰ ਰਹੇ ਸੀ, ਮੈਂ ਉਹ ਦੁਬਾਰਾ ਡਿਸਕਸ ਕਰਨ ਲੱਗਾ ਕਿਉਂਕਿ ਥੋੜ੍ਹਾ ਜਿਹਾ ਹੋ ਗਿਆ ਸੀਗਾ। ਠੀਕ ਹੈ, ਥੋੜ੍ਹਾ ਜਿਹਾ ਕੱਲ੍ਹ ਵਾਲੀ ਵੀਡੀਓ 'ਚ ਹੋ ਗਿਆ ਸੀਗਾ, ਬਾਕੀ ਮੈਂ ਅੱਜ ਕਰਵਾਉਣ ਲੱਗਾ। ਆਪਣੇ ਕੋਲੇ ਇੱਕ ਗਰੁੱਪ ਦਿੱਤਾ ਸੀ GB, ਇੱਕ ਗਰੁੱਪ H ਅਤੇ K, H ਐਂਡ K ਆਰ ਨੋਰਮਲ ਸਬ ਗਰੁੱਪ, ਨੋਰਮਲ ਇਨ G। H ਅਤੇ K ਨੋਰਮਲ ਸੀਗੇ G 'ਚ। ਦੂਸਰੀ ਚੀਜ਼ ਕੀ ਦਿੱਤੀ ਹੋਈ ਸੀ, ਐਂਡ H ਆ ਜਿਹੜਾ ਉਹ K ਦਾ ਸਬਸੈਟ ਸੀ। ਟੂ ਪ੍ਰੂਵ ਕਰਨਾ ਸੀਗਾ ਆਪਾਂ, ਟੂ ਪ੍ਰੂਵ K ਕੋਸ਼ੈਂਟ H ਇਜ਼ ਨੋਰਮਲ ਇਨ G ਕੋਸ਼ੈਂਟ H। ਜਾਣੀ ਕਿ K ਕੋਸ਼ੈਂਟ H ਜੇ K G ਦਾ ਨੋਰਮਲ ਆ ਤਾਂ K ਕੋਸ਼ੈਂਟ H G ਕੋਸ਼ੈਂਟ H ਦਾ ਨੋਰਮਲ ਆ। ਜੇ ਇਨ ਸ਼ਾਰਟ ਮੈਂ ਇੱਕ ਚੀਜ਼ ਸਮਝਾਉਣੀ ਹੋਵੇ ਇਹਨੂੰ ਤਾਂ ਕੀ ਆਊਗੀ, ਇਹ K ਜੇ G ਦਾ ਨੋਰਮਲ ਆ ਤਾਂ K ਕੋਸ਼ੈਂਟ H G ਕੋਸ਼ੈਂਟ H ਦਾ ਨੋਰਮਲ ਹੋਊਗਾ। ਸਿੱਧੀ ਜੀ ਗੱਲ। ਪਰ ਇਹ ਚੀਜ਼ ਪ੍ਰੂਵ ਕਰਨ ਤੋਂ ਪਹਿਲਾਂ ਆਪਾਂ ਨੂੰ ਇੱਕ ਚੀਜ਼ ਪ੍ਰੂਵ ਕਰਨੀ ਪਊ ਕਿ H K ਦਾ ਨੋਰਮਲ ਸਬਸੈਟ ਹੈ, ਅਦਰਵਾਈਜ਼ ਇਹ ਜਿਹੜਾ ਪਾਰਟ ਹੈ ਆਪਾਂ ਲਿਖ ਹੀ ਨਹੀਂ ਸਕਦੇ। ਸੋ ਉਹਦੇ ਵਾਸਤੇ ਮੈਨੂੰ ਪਹਿਲਾਂ H ਨੂੰ K ਦਾ ਨੋਰਮਲ ਸਬ ਗਰੁੱਪ ਸ਼ੋਅ ਕਰਨਾ ਪੈਣਾ ਸੀ, ਫਿਰ K ਕੋਸ਼ੈਂਟ H ਨੂੰ G ਕੋਸ਼ੈਂਟ H ਦਾ ਨੋਰਮਲ ਸਬ ਗਰੁੱਪ ਪ੍ਰੂਵ ਕਰਨਾ ਪੈਣਾ ਸੀ। ਥੋੜ੍ਹਾ ਜਿਹਾ ਆਪਾਂ ਕਰ ਲਿਆ ਸੀਗਾ ਕੱਲ੍ਹ, ਥੋੜ੍ਹਾ ਜਿਹਾ ਆਈ ਥਿੰਕ ਆਪਣਾ ਰਹਿੰਦਾ, ਫਿਰ ਵੀ ਮੈਂ ਦੇਖਦਾ ਆਪਾਂ ਅੱਜ ਪੂਰਾ ਕਰ ਲੈਂਦੇ ਹਾਂ। ਮੈਨੂੰ ਯਾਦ ਨਹੀਂ ਮੈਂ ਕਿੰਨਾ ਕੁ ਕਰਵਾਤਾ ਸੀਗਾ, ਫਿਰ ਵੀ ਥੋੜ੍ਹਾ ਜਿਹਾ ਪਾਰਟ ਮੈਨੂੰ ਜਿੱਥੇ ਤੱਕ ਯਾਦ ਆ ਡਿਸਕਸ ਹੋਇਆ ਸੀ ਉਹ ਸੀ ਕਿ ਐਜ਼ K ਇਜ਼ ਨੋਰਮਲ ਇਨ G, ਇਹ ਚੀਜ਼ ਮੈਂ ਸਮਝਾਤੀ ਸੀ। ਐਂਡ H ਇਜ਼ ਸਬਸੈਟ ਆਫ K, ਦੇਅਰਫੋਰ ਕੀ ਹੋਊਗਾ, H ਇਜ਼ ਨੋਰਮਲ ਇਨ K। ਇਹ ਚੀਜ਼ ਆਪਾਂ ਡਿਸਕਸ ਕਰ ਲਈ ਸੀ। ਇਹਦਾ ਮਤਲਬ ਕੀ ਹੋ ਗਿਆ, K ਕੋਸ਼ੈਂਟ H ਇਜ਼ ਏ ਕੋਸ਼ੈਂਟ ਗਰੁੱਪ, ਕੋਸ਼ੈਂਟ ਗਰੁੱਪ। ਸੋ ਇੱਕ ਪਾਰਟ ਤਾਂ ਹੋ ਗਿਆ, ਜਾਣੀ ਕਿ ਇਹ ਮੀਨਿੰਗਫੁੱਲ ਆ, ਇਹ ਆਪਾਂ ਡਿਸਕਸ ਕਰ ਸਕਦੇ ਹਾਂ। ਹੁਣ ਦੂਸਰੇ ਦੀ ਗੱਲ ਕਰੀਏ, ਪ੍ਰੂਵ ਕਰਨਾ ਕਿ ਇਹਦੇ 'ਚ ਨੋਰਮਲ ਸਬ ਗਰੁੱਪ ਆ। ਉਹਦੇ ਵਾਸਤੇ ਸਭ ਤੋਂ ਪਹਿਲਾਂ ਇਹਨੂੰ ਨੋਨ ਐਮਪਟੀ ਸ਼ੋਅ ਕਰਨਾ ਪਊਗਾ, ਫਿਰ ਇਹਨੂੰ ਇਹਦਾ ਸਬਸੈਟ ਸ਼ੋਅ ਕਰਨਾ ਪਊਗਾ, ਫਿਰ ਇਹਨੂੰ ਇਹਦਾ ਸਬ ਗਰੁੱਪ ਸ਼ੋਅ ਕਰਨਾ ਪਊਗਾ, ਫਿਰ ਨੋਰਮਲ ਸਬ ਗਰੁੱਪ ਸ਼ੋਅ ਕਰਨਾ ਪਊਗਾ। ਸਭ ਤੋਂ ਪਹਿਲਾਂ ਇਹਨੂੰ ਨੋਨ ਐਮਪਟੀ ਸ਼ੋਅ ਕਰੋ। ਨਾਓ K ਕੋਸ਼ੈਂਟ H 'ਚ ਇੱਕ ਐਲੀਮੈਂਟ 100% ਹੈਗਾ, ਉਹ ਕਿਹੜਾ, ਆਈਡੈਂਟਿਟੀ K ਨੂੰ ਬਿਲੋਂਗ ਕਰਦੀ ਹੈ। ਅਤੇ ਜੇ ਮੈਂ ਆਈਡੈਂਟਿਟੀ ਦੇ ਨਾਲ H ਲਾ ਦਾਂ, ਇਹ ਐਲੀਮੈਂਟ ਕਿਹਦਾ ਬਣ ਜਾਊਗਾ, K ਕੋਸ਼ੈਂਟ H ਦਾ। ਸੋ ਇਹਦਾ ਮਤਲਬ 100% H ਆਈਡੈਂਟਿਟੀ ਨੂੰ ਮੈਂ H ਕਹਿ ਸਕਦਾ, 100% H ਤਾਂ ਇਹਦੇ 'ਚ ਹੈਗਾ ਹੀ ਆ। ਸੋ ਇਹ ਹੋ ਗਿਆ ਨੋਨ ਐਮਪਟੀ। ਦੂਸਰਾ ਦੇਖੋ ਇੱਕ ਚੀਜ਼ ਹੋਰ ਆ, ਜਿਹੜਾ ਰਾਜੇ ਮੈਂ ਬਾਕਸ 'ਚ ਲਿਖੀ ਜਾਂਦਾ ਇਹ ਰਫ ਕੰਮ ਆ, ਠੀਕ ਹੈ। ਇੱਕ ਚੀਜ਼ ਹੋਰ ਆ, ਜੇ K G ਦਾ ਸਬਸੈਟ ਆ, ਇਹ ਦੇਖੋ ਰਫ ਕੰਮ 'ਚ ਦੇਖੋ K G ਦਾ ਸਬਸੈਟ ਆ, ਤਾਂ ਕੀ K ਕੋਸ਼ੈਂਟ H G ਕੋਸ਼ੈਂਟ H ਦਾ ਸਬਸੈਟ ਹੋਊਗਾ। ਕਿੱਥੋਂ ਪਤਾ ਲੱਗਦਾ ਇਹ ਚੀਜ਼, ਇਹ ਹੋਊਗੀ, ਇਹ ਟਰੂ ਆ। ਕਿਵੇਂ ਪਤਾ ਲੱਗਦਾ, ਦੇਖੋ ਇਹਦੇ 'ਚੋਂ ਐਲੀਮੈਂਟ ਲੈ ਲਓ, H X ਇਹੋ ਜਿਹਾ ਹੀ ਐਲੀਮੈਂਟ ਹੋਊਗਾ ਨਾ। ਇਹ X ਕਿਹਨੂੰ ਬਿਲੋਂਗ ਕਰਦਾ, K ਨੂੰ। K ਤਾਂ ਕੰਟੇਨ ਹੁੰਦਾ G 'ਚ, ਇਹਦਾ ਮਤਲਬ X ਕਿਹਨੂੰ ਬਿਲੋਂਗ ਕਰਨ ਲੱਗ ਗਿਆ, G 'ਚ। ਰਾਜੇ ਹੁਣ ਧਿਆਨ ਨਾਲ ਸੋਚੋ, ਜੇ X G ਨੂੰ ਬਿਲੋਂਗ ਕਰਦਾ ਅਤੇ HX ਕਿਹਨੂੰ ਬਿਲੋਂਗ ਕਰੂਗਾ, G ਕੋਸ਼ੈਂਟ H ਨੂੰ। ਸੋ ਦੇਖੋ HX ਐਲੀਮੈਂਟ ਕਿਹਦਾ ਲਿਆ ਸੀ, K ਕੋਸ਼ੈਂਟ H ਦਾ, ਪਹੁੰਚ ਕਿਹਦੇ 'ਚ ਗਿਆ, G ਕੋਸ਼ੈਂਟ H। ਸੋ ਇਹ ਇਹਦਾ ਸਬਸੈਟ ਹੈਗਾ। ਆਲਸੋ ਇੱਥੇ ਆਪਾਂ ਲਿਖ ਦਿੰਦੇ ਹਾਂ K ਕੰਟੇਨਡ ਇਨ G ਇਟ ਇੰਪਲਾਈਜ਼ K ਕੋਸ਼ੈਂਟ H ਕੰਟੇਨਡ ਇਨ G ਕੋਸ਼ੈਂਟ H। ਇਹ ਓਬਵੀਅਸ ਜੀ ਗੱਲ ਆ ਵੀ ਕਰੂਗਾ ਹੀ ਕੰਟੇਨ। ਸੋ ਨੋਨ ਐਮਪਟੀ ਸਬਸੈਟ ਤਾਂ ਹੋ ਗਿਆ, ਠੀਕ ਹੈ। K ਕੋਸ਼ੈਂਟ H ਇਜ਼ ਨੋਨ ਐਮਪਟੀ ਸਬਸੈਟ ਆਫ G ਕੋਸ਼ੈਂਟ H, ਨੋਨ ਐਮਪਟੀ ਸਬਸੈਟ ਤਾਂ ਹੋ ਗਿਆ ਹੈ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਵੀ ਇਹ ਸਬ ਗਰੁੱਪ ਬਣਦਾ। ਦੇਖੋ ਸਭ ਤੋਂ ਮੇਨ ਚੀਜ਼ ਆ, ਹੁਣ ਆਪਾਂ ਨੂੰ ਇਹ ਸ਼ੋਅ ਕਰਨਾ ਪਊਗਾ ਬਈ K ਕੋਸ਼ੈਂਟ H ਆ ਜਿਹੜਾ ਸਬ ਗਰੁੱਪ ਹੈ ਕਿ ਨਹੀਂ ਹੈ। ਸਭ ਤੋਂ ਪਹਿਲਾਂ K ਕੋਸ਼ੈਂਟ H ਇਜ਼ ਸਬ ਗਰੁੱਪ ਆਫ G ਕੋਸ਼ੈਂਟ H। ਇਹਦੇ ਵਾਸਤੇ ਕੀ ਕਰੀਏ, ਦੋ ਐਲੀਮੈਂਟ ਇਹਦੇ 'ਚੋਂ ਲੈ ਲਓ, ਲੈਟ HX
ਤੇ ਐਚ ਵਾਈ ਬਿਲੋਂਗਸ ਟੂ ਕੇ ਕੁਸ਼ਚਨ ਐਚ। ਹੁਣ ਇੱਕ ਚੀਜ਼ ਸੋਚੋ, ਐਕਸ ਤੇ ਵਾਈ ਕਿਹਨੂੰ ਬਿਲੋਂਗ ਕਰੂਗੇ? ਓਬਵੀਅਸਲੀ ਇਹ ਕੇ ਨੂੰ ਬਿਲੋਂਗ ਕਰਨਗੇ, ਠੀਕ ਹੈ। ਤੇ ਐਚ ਐਕਸ ਐਚ ਵਾਈ ਇਨਵਰਸ ਇਹੀ ਦੇਖਣਾ ਨਾ ਆਪਾਂ, ਇਹ ਕਿਹਨੂੰ ਬਿਲੋਂਗ ਕਰਨਾ ਚਾਹੀਦਾ? ਕੇ ਕੁਸ਼ਚਨ ਐਚ ਨੂੰ। ਮਤਲਬ ਇਹ ਉਵੇਂ ਹੀ ਇਹਦਾ ਏ ਬੀ ਇਨਵਰਸ ਵਾਲੀ ਪ੍ਰੋਪਰਟੀ ਯਾਦ ਆ, ਏ ਬੀ ਇਨਵਰਸ ਬਿਲੋਂਗਸ ਟੂ ਐਚ, ਉਹੀ ਹੈ ਇਹ ਏ ਦੀ ਜਗ੍ਹਾ ਤੇ ਬੀ ਦੀ ਜਗ੍ਹਾ ਤੇ ਏ ਬੀ ਇਨਵਰਸ ਕੀ ਆਊਗਾ? ਇਹ ਐਚ ਐਕਸ ਐਚ ਵਾਈ ਇਨਵਰਸ ਆਪਾਂ ਪ੍ਰੂਵ ਕੀਤਾ ਸੀ ਰਾਜੇ, ਇਹ ਨੈਗੇਟਿਵ ਪਾਵਰ ਇਕੱਲੇ ਵਾਈ 'ਤੇ ਲੱਗ ਜਾਂਦੀ ਹੁੰਦੀ ਹੈ। ਐਚ ਵਾਈ ਦਾ ਇਨਵਰਸ ਕੀ ਹੁੰਦਾ? ਐਚ ਵਾਈ ਇਨਵਰਸ। ਅਗਲੇ ਸਟੈਪ 'ਚ ਐਚ, ਕਿਉਂਕਿ ਐਚ ਨੋਰਮਲ ਆ ਕੇ 'ਚ, ਸੋ ਐਚ ਇੱਕ ਪਾਸੇ ਆ ਜਾਊਗਾ, ਐਕਸ ਵਾਈ ਇਨਵਰਸ ਦੂਜੇ ਪਾਸੇ ਚਲਾ ਜਾਊਗਾ। ਹੁਣ ਇਹ ਐਲੀਮੈਂਟ ਬਾਰੇ ਸੋਚੋ, ਕਿਹਦਾ ਐਲੀਮੈਂਟ ਬਣ ਗਿਆ ਹੈ? ਸਭ ਤੋਂ ਪਹਿਲਾਂ ਨੀਚੇ ਤਾਂ ਐਚ ਆਊਗਾ ਕਿਉਂਕਿ ਇੱਥੇ ਐਚ ਆਇਆ। ਹੁਣ ਸੋਚੋ ਇਹ ਐਲੀਮੈਂਟ ਆ ਜਿਹੜਾ, ਕੀ ਇਹ ਐਲੀਮੈਂਟ ਕੇ ਨੂੰ ਬਿਲੋਂਗ ਕਰ ਸਕਦਾ? 100% ਕਰ ਸਕਦਾ, ਕਿਉਂਕਿ ਐਕਸ ਵਾਈ ਇਨਵਰਸ ਆ ਜਿਹੜਾ ਇਹ ਬਿਲੋਂਗ ਕਰਦਾ ਕੇ ਨੂੰ। ਸੋ ਇਹਦਾ ਮਤਲਬ ਇਹ ਕੇ ਦਾ ਐਲੀਮੈਂਟ ਆ। ਸੋ ਉੱਪਰ ਆਪਾਂ ਕੇ ਲਿਖਤੀ, ਐਕਸ ਤੇ ਵਾਈ ਕੇ ਦਾ ਐਲੀਮੈਂਟ ਆ, ਕੇ ਸਬ ਗਰੁੱਪ ਆ, ਸੋ ਐਕਸ ਵਾਈ ਇਨਵਰਸ ਕੇ ਨੂੰ ਬਿਲੋਂਗ ਕਰੂਗਾ। ਸੋ ਅਲਟੀਮੇਟਲੀ ਕੇ ਕੁਸ਼ਚਨ ਐਚ ਆ ਜਿਹੜਾ ਇਜ਼ ਸਬ ਗਰੁੱਪ ਆਫ ਜੀ ਹੋ ਗਿਆ। ਹੁਣ ਉਸ ਤੋਂ ਬਾਅਦ ਨੋਰਮਲ ਸਬ ਗਰੁੱਪ ਸ਼ੋ ਕਰੋ। ਹੁਣ ਨੋਰਮਲ ਸਬ ਗਰੁੱਪ ਕਿਵੇਂ ਸ਼ੋ ਕਰੀਏ? ਜੇ ਆਪਾਂ ਇਹਦੇ 'ਚੋਂ ਇੱਕ ਐਲੀਮੈਂਟ ਲੈਂਦੇ ਹਾਂ, ਐਚ ਐਕਸ ਬਿਲੋਂਗਸ ਟੂ ਕੇ ਕੁਸ਼ਚਨ ਐਚ, ਇੱਕ ਐਲੀਮੈਂਟ ਇਹਦੇ 'ਚ ਲੈ ਲਓ ਐਚ ਜੀ ਬਿਲੋਂਗਸ ਟੂ ਜੀ ਕੁਸ਼ਚਨ ਐਚ। ਪ੍ਰੂਵ ਕੀ ਕਰਨਾ ਪਊਗਾ? ਐਚ ਜੀ ਐਚ ਐਕਸ ਐਚ ਜੀ ਇਨਵਰਸ ਬਿਲੋਂਗ ਕਿਹਨੂੰ ਕਰਦਾ? ਕੇ ਕੁਸ਼ਚਨ ਐਚ ਨੂੰ। ਇਹੀ ਪ੍ਰੂਵ ਕਰਨਾ ਨਾ ਆਪਾਂ। ਹੁਣ ਕਿਵੇਂ ਪ੍ਰੂਵ ਕਰੀਏ? ਇੱਕ ਪਾਸੋਂ ਸ਼ੁਰੂ ਹੋ ਜਾਓ, ਐਚ ਜੀ ਐਚ ਐਕਸ ਐਚ ਜੀ ਇਨਵਰਸ ਇਹ ਕਿਹਦੇ ਬਰਾਬਰ ਆਊਗਾ? ਜੀ ਐਕਸ ਜੀ ਇਨਵਰਸ ਦੇ ਆਊਗਾ ਨਾ ਬਰਾਬਰ। ਓਬਵੀਅਸਲੀ ਐਚ ਇੱਕ ਪਾਸੇ ਨਿਕਲ ਜੂਗਾ। ਐਚ ਜੀ ਦਾ ਇਨਵਰਸ ਆ ਜਿਹੜਾ, ਜੇ ਇਹਨੂੰ ਥੋੜ੍ਹਾ ਜਿਹਾ ਖੋਲ੍ਹ ਕੇ ਇੱਧਰ ਲਿਖੀਏ, ਐਚ ਜੀ ਐਚ ਐਕਸ ਐਚ ਜੀ ਦਾ ਹੋਲ ਇਨਵਰਸ ਇਹ ਇਹਦੇ ਬਰਾਬਰ ਹੁੰਦਾ। ਐਚ ਜੀ ਤਾਂ ਐਚ ਜੀ ਦੇ ਬਰਾਬਰ ਆ, ਐਚ ਐਕਸ ਦੇ ਬਰਾਬਰ ਆ। ਜਿਹੜਾ ਐਚ ਜੀ ਦਾ ਹੋਲ ਇਨਵਰਸ ਆ ਉਹ ਐਚ ਜੀ ਇਨਵਰਸ ਦੇ ਬਰਾਬਰ ਆ ਜਾਂਦਾ ਹੁੰਦਾ। ਐਚ ਬਾਹਰ ਕੱਢ ਲਈ, ਪਿੱਛੇ ਰਹਿ ਗਿਆ ਜੀ ਐਕਸ ਜੀ ਇਨਵਰਸ, ਪਾਸੇ ਕੱਢ ਲਈ। ਸੋ ਇਹ ਐਲੀਮੈਂਟ ਕਿਹਦਾ? ਇੱਥੇ ਅੱਗੇ ਐਚ ਆ, ਸੋ ਨੀਚੇ ਤਾਂ ਐਚ ਲੱਗ ਗਈ। ਇਹ ਐਲੀਮੈਂਟ ਆ ਜਿਹੜਾ ਇਹ ਕੀ ਇਹ ਕੇ ਦਾ ਹੋ ਸਕਦਾ? ਹਾਂ ਹੋ ਸਕਦਾ, ਕਿਉਂਕਿ ਐਕਸ ਆ ਜਿਹੜਾ, ਦੇਖੋ ਇੱਥੇ ਐਕਸ ਪਿਆ, ਕਿਹਦਾ ਐਲੀਮੈਂਟ ਆ? ਕੇ ਦਾ। ਜਿਹੜਾ ਜੀ ਪਿਆ ਕਿਹਦਾ ਐਲੀਮੈਂਟ ਆ? ਇੱਥੇ ਲਿਖ ਲਓ, ਵੇਅਰ ਐਕਸ ਬਿਲੋਂਗਸ ਟੂ ਕੇ ਜੀ ਬਿਲੋਂਗਸ ਟੂ ਜੀ। ਅਤੇ ਫਿਰ ਇੱਥੇ ਦੇਖੋ ਜੀ ਐਕਸ ਜੀ ਇਨਵਰਸ ਕਿਹਦਾ ਐਲੀਮੈਂਟ ਬਣੂਗਾ? 100% ਕੇ ਦਾ ਬਣੂਗਾ। ਕਿਉਂ? ਕਿਉਂਕਿ ਕੇ ਨੋਰਮਲ ਆ, ਇਜ਼ ਨੋਰਮਲ ਇਨ ਜੀ। ਸੋ ਇਹਦਾ ਮਤਲਬ ਇਹ ਕੇ ਦਾ ਐਲੀਮੈਂਟ। ਸੋ ਅਲਟੀਮੇਟਲੀ ਇਹ ਚੀਜ਼ ਪ੍ਰੂਵ ਹੋ ਗਈ। ਸੋ ਕੇ ਕੁਸ਼ਚਨ ਐਚ ਇਜ਼ ਨੋਰਮਲ ਇਨ ਜੀ। ਨੋਰਮਲ ਇਨ ਜੀ ਕੁਸ਼ਚਨ ਐਚ, ਇਹ ਪ੍ਰੂਵ ਹੋ ਗਿਆ ਤੁਹਾਡਾ। ਇੱਕ ਐਗਜ਼ਾਮਪਲ ਸੀਗੀ ਰਾਜੇ ਕੱਲ੍ਹ ਨਾਲ ਇਹ, ਸੋ ਉਹ ਤੁਸੀਂ ਕਰ ਲਿਓ। ਹੋਮੋਮੋਰਫਿਜ਼ਮ ਆਪਾਂ ਬਾਅਦ 'ਚ ਕਰਾਂਗੇ, ਪਹਿਲਾਂ ਆਪਾਂ ਹੁਣ ਮੈਂ ਪ੍ਰੋਬਿਲਟੀ ਸਟਾਰਟ ਕਰਨ ਲੱਗਾ। ਇੱਕ ਵਾਰੀ ਪ੍ਰੋਬਿਲਟੀ ਸਟਾਰਟ ਕਰ ਲਓ, ਕਿਉਂਕਿ ਆਪਾਂ ਅਜੇ ਹੱਥ ਵੀ ਨਹੀਂ ਲਾਇਆ ਇਹਨੂੰ। ਹੋਮੋਮੋਰਫਿਜ਼ਮ ਬਾਅਦ 'ਚ ਦੇਖਦੇ ਹਾਂ। ਰਾਜੇ ਪ੍ਰੋਬਿਲਟੀ ਦਾ ਜਿਹੜਾ ਪਹਿਲਾ ਚੈਪਟਰ ਆ ਇਹ ਤੁਹਾਡਾ +2 'ਚ ਆਇਆ ਹੋਇਆ, ਠੀਕ ਹੈ। ਸੋ ਇਹ ਤੁਸੀਂ ਆਪ ਹੀ ਕਰਨਾ, ਠੀਕ ਹੈ। ਮੈਂ ਕਿਉਂਕਿ ਆਪਣੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ +2 ਵਾਲਾ ਕੰਮ ਦੁਬਾਰਾ ਕਰਾਈਏ। ਪਹਿਲਾ ਚੈਪਟਰ ਜਿਹੜਾ ਐਲੀਮੈਂਟਸ ਆਫ ਪ੍ਰੋਬਿਲਟੀ ਥਿਊਰੀ, ਜਿਹ 'ਚ ਬੇਸ ਥਿਊਰਮ ਵਗੈਰਾ ਵਾ, ਟੋਟਲ ਪ੍ਰੋਬਿਲਟੀ ਆ, ਇਹ ਤੁਸੀਂ ਆਪ ਕਰਨਾ। ਮੈਂ ਥੋੜ੍ਹੀ ਜਿਹੀ ਇੱਕ ਅੱਧੀ ਐਗਜ਼ਾਮਪਲ ਦੇਣ ਲੱਗਾ ਤਾਂ ਕਿ ਤੁਹਾਨੂੰ ਤਾਜ਼ਾ ਹੋ ਜੇ। ਮੈਂ ਰੈਂਡਮ ਵੇਰੀਏਬਲ ਤੋਂ ਸਟਾਰਟ ਕਰੂੰਗਾ, ਜਿਹੜਾ ਕਿ ਤੁਹਾਡਾ ਸੈਕਿੰਡ ਚੈਪਟਰ ਆ, ਠੀਕ ਹੈ। ਫਿਰ ਵੀ ਮੈਂ ਤੁਹਾਨੂੰ ਥੋੜ੍ਹਾ ਜਿਹਾ ਇੱਕ ਐਗਜ਼ਾਮਪਲ ਨਾਲ ਸਮਝਾ ਦਿੰਦੇ ਹਾਂ ਕਿ ਆਪਾਂ ਕੀ ਪ੍ਰੋਬਿਲਟੀ ਨੂੰ ਕੀ ਪੜ੍ਹਦੇ ਹੁੰਦੇ ਸੀਗੇ। ਮੰਨ ਲਓ ਕੋਈ ਕੋਇਨ ਆ, ਠੀਕ ਹੈ, ਇੱਕ ਸਿੱਕਾ। ਇੱਕ ਕੋਇਨ ਇਜ਼ ਟੋਸਡ ਟਵਾਈਸ, 2 ਵਾਰੀ ਇੱਕ ਸਿੱਕਾ ਉਛਾਲਿਆ ਗਿਆ, ਠੀਕ ਹੈ। ਆਪਣੇ ਕੋਲੇ ਜੇ ਕੁਐਸਚਨ ਆ, ਜਿਵੇਂ ਪਹਿਲੀ ਐਗਜ਼ਾਮਪਲ ਹੀ ਆ, ਵਟ ਇਜ਼ ਦਾ probability that at least what is the probability that at least
वन टेल अकर्स। इस एग्जाम्पल 'ਚ ही सारा कुछ समझा देना मैं। ਜਿਵੇਂ ਆਪਣੇ ਕੋਲੇ ਸਭ ਤੋਂ ਪਹਿਲਾਂ ਸੈਂਪਲ ਸਪੇਸ ਹੁੰਦਾ ਸੀ, ਜੇ ਤੁਹਾਨੂੰ ਯਾਦ ਹੋਵੇ ਸੈਂਪਲ ਸਪੇਸ, ਇਹਨੂੰ ਆਪਾਂ ਐਸ ਕਹਿੰਦੇ ਹੁੰਦੇ ਸੀ। ਇਹਦੇ 'ਚ ਸਾਰੀਆਂ ਆਊਟਕਮਸ ਹੁੰਦੀਆਂ ਸੀਗੀਆਂ, ਟੋਟਲ ਆਊਟਕਮਸ, ਜਿੰਨੀਆਂ ਵੀ ਆਊਟਕਮਸ ਹੋ ਸਕਦੀਆਂ। ਦੇਖੋ ਸਿੱਕਾ ਕਿੰਨੀ ਵਾਰ ਉਛਾਲਿਆ? 2 ਵਾਰੀ। ਪਹਿਲੀ ਵਾਰ ਉਛਾਲਿਆ ਹੈਡ ਆ ਗਈ, ਦੂਸਰੀ ਵਾਰ ਹੈਡ ਆ ਗਈ। ਪਹਿਲੀ ਵਾਰ ਹੈਡ ਆ ਗਈ, ਦੂਸਰੀ ਵਾਰ ਟੇਲ ਆ ਗਈ। ਪਹਿਲੀ ਵਾਰ ਟੇਲ ਆ ਗਈ, ਹੈਡ ਆ ਗਈ, ਫਿਰ ਟੇਲ ਆ ਗਈ, ਫਿਰ ਟੇਲ ਆ ਗਈ। ਇਦੋਂ ਬਿਨਾਂ ਹੋਰ ਕੋਈ ਚਾਂਸ ਹੈ? ਕੁਛ ਵੀ ਨਹੀਂ। ਸੋ ਟੋਟਲ ਆਊਟਕਮਸ, ਟੋਟਲ ਨੰਬਰ ऑफ पॉसिबल आउटकम्स, की है 4। ठीक है जी। उस तो बाद आप ईवेंट चुनते होंगे सी, ई बी द ईवेंट आप लिख देंगे सी, ई बी द ईवेंट ऑफ गेटिंग ਐਟ ਲੀਸਟ 1 ਟੇਲ। ਜਿਹੜਾ ਵੀ ਕੁਐਸਚਨ 'ਚ ਕਿਹਾ ਹੁੰਦਾ ਐਟ ਲੀਸਟ 1 ਟੇਲ। ਠੀਕ ਹੈ। ਅਤੇ ਆਪਾਂ ਇਹ ਵੀ ਇੱਕ ਸਬਸੈਟ ਹੁੰਦਾ ਕਿਹਦਾ? ਈਵੈਂਟ ਆ ਜਿਹੜਾ, ਇਹ ਸੈਂਪਲ ਸਪੇਸ ਦਾ ਸਬਸੈਟ ਹੁੰਦਾ। ਇਹ ਯਾਦ ਰੱਖਿਓ। ਕੀ ਹੋ ਸਕਦਾ ਇਹ? ਐਟ ਲੀਸਟ 1 ਟੇਲ ਮਤਲਬ ਐਚ ਟੀ, ਇਹਦੇ 'ਚ ਵੀ ਇੱਕ ਟੇਲ ਆਉਂਦੀ ਆ, ਇਹਦੇ 'ਚ ਵੀ ਇੱਕ ਟੇਲ ਆਉਂਦੀ ਹੈ, ਇਹਦੇ 'ਚ ਵੀ ਕਮ ਸੇ ਕਮ ਇੱਕ ਟੇਲ ਆਉਂਦੀ, ਵੱਧ ਤੋਂ ਵੱਧ ਜਿੰਨੀਆਂ ਮਰਜ਼ੀ ਆ ਜਾਣ। ਸੋ ਇਹ ਈਵੈਂਟ ਹੋ ਗਿਆ। ਜਦੋਂ ਪ੍ਰੋਬਿਲਟੀ ਆਫ ਈ ਕਰਦੇ ਹਾਂ ਆਪਾਂ, ਇਹਦਾ ਮਤਲਬ ਕੀ ਹੈ? ਪ੍ਰੋਬਿਲਟੀ ਆਫ ਗੈਟਿੰਗ ਐਟ ਲੀਸਟ 1 ਟੇਲ। ਇਹਦਾ ਮਤਲਬ ਇਹੀ ਹੈ, ਪੀ ਵਿਦ ਦ ਪ੍ਰੋਬਿਲਟੀ ਆਫ ਜਾਂ ਪ੍ਰੋਬਿਲਟੀ ਆਫ ਗੈਟਿੰਗ ਐਟ ਲੀਸਟ 1 ਟੇਲ, ਇਹਨੂੰ ਹੀ ਕਹਿੰਦੇ ਹੁੰਦੇ ਆ ਪ੍ਰੋਬਿਲਟੀ ਆਫ ਈ। ਠੀਕ ਹੈ। ਸੋ ਪ੍ਰੋਬਿਲਟੀ ਆਫ ਈ ਕੀ ਆਊਗੀ? ਫੇਵਰੇਬਲ ਆਊਟਕਮਸ। ਠੀਕ ਹੈ ਜੀ। ਫੇਵਰੇਬਲ ਆਊਟਕਮਸ ਅਤੇ ਟੋਟਲ ਆਊਟਕਮਸ। ਫੇਵਰੇਬਲ ਆਊਟਕਮਸ, ਟੋਟਲ ਆਊਟਕਮਸ। ਹੁਣ ਇੱਕ ਚੀਜ਼ ਦੱਸੋ, ਫੇਵਰੇਬਲ ਆਊਟਕਮਸ ਇੱਥੇ ਕਿੰਨੀਆਂ? ਜਿਹੜੀਆਂ ਫੇਵਰ 'ਚ ਆ, ਜਿਹੜੇ ਈਵੈਂਟ ਦੇ ਫੇਵਰ 'ਚ ਆ, ਕਿੰਨੀਆਂ? 1 2 3 ਅਤੇ ਟੋਟਲ 4। ਸੋ ਈਵੈਂਟ ਕੀ ਹੋ ਗਿਆ? ਇਹ ਕੀ ਹੋ ਗਿਆ? ਇਹ ਤੁਹਾਨੂੰ ਕਲੀਅਰ ਹੋ ਗਿਆ। ਅੱਛਾ, ਉਸ ਤੋਂ ਬਾਅਦ ਹੁੰਦਾ ਸੀ ਇੰਪੋਸੀਬਲ ਈਵੈਂਟ। ਇੰਪੋਸੀਬਲ ਈਵੈਂਟ, ਇਹ ਜੇ ਤੁਹਾਨੂੰ ਯਾਦ ਹੋਵੇ ਤਾਂ ਕੀ ਹੁੰਦਾ ਸੀ? ਐਮਪਟੀ ਸੈੱਟ, ਮਤਲਬ ਇਹ ਕਦੇ ਹੋ ਨਹੀਂ ਸਕਦਾ, ਅਤੇ ਜਿਹੜਾ ਹੋ ਨਹੀਂ ਸਕਦਾ ਉਹਦੀ ਪ੍ਰੋਬਿਲਟੀ ਕਿੰਨੀ ਹੁੰਦੀ ਹੈ? 0। ਇਹ 1 2 ਚੀਜ਼ਾਂ ਜਿਹੜੀਆਂ ਤੁਹਾਨੂੰ ਯਾਦ ਰੱਖਣੀਆਂ ਪੈਣਗੀਆਂ। ਉਸ ਤੋਂ ਬਾਅਦ ਇੰਪੋਸੀਬਲ ਈਵੈਂਟ ਹੋ ਗਿਆ। ਹਾਂ, ਜੇ ਇਸ ਤੋਂ ਕੋਈ ਡਾਈ ਵਗੈਰਾ ਥਰੋ ਕਰਦੇ ਹੋ ਤੁਸੀਂ, ਹੈ ਨਾ, ਉਹ ਚੀਜ਼ਾਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ, ਕਿਉਂਕਿ ਪ੍ਰੋਬਿਲਟੀ 'ਚ ਇਹਨਾਂ ਦੀ ਲੋੜ ਪੈਂਦੀ ਰਹਿੰਦੀ ਹੈ। ਠੀਕ ਹੈ। ਇੱਥੇ ਲਿਖਿਆ ਵੀ ਹੋਇਆ, ਤੁਹਾਡੀ ਬੁੱਕ 'ਚ ਹੀ ਸਾਰਾ ਕੁਛ ਲਿਖਿਆ ਹੋਇਆ। ਜਿਹੜਾ ਕੋਈ ਵੀ ਆਪਾਂ ਇਹ ਡਾਈ ਥਰੋ ਕਰਦੇ ਹਾਂ ਤਾਂ ਉਹਦੇ ਫੇਸਿਸ ਕਿੰਨੇ ਹੁੰਦੇ ਆ? ਡਾਈ ਹੈਜ਼ 6 ਫੇਸਿਸ, 6 ਫੇਸ ਹੁੰਦੇ ਆ ਉਹਦੇ। ਹਰੇਕ 'ਤੇ ਇੱਕ ਨੰਬਰ ਲਿਖਿਆ ਹੁੰਦਾ, 1 2 3 4 5 6। ਜੇ 2 ਡਾਈਜ਼ ਥਰੋ ਕਰਦੇ ਹਾਂ ਆਪਾਂ, ਠੀਕ ਹੈ, ਤਾਂ ਸੈਂਪਲ ਸਪੇਸ ਕੀ ਬਣਦਾ ਹੁੰਦਾ? ਜੇ ਤੁਹਾਨੂੰ ਯਾਦ ਹੋਵੇ, 2 ਸੁੱਟਤੀਆਂ ਇਕੱਠੀਆਂ ਹੀ, ਤਾਂ ਦੇਖੋ ਪਹਿਲੀ ਵਾਰ ਥਰੋ ਕੀਤਾ ਤਾਂ ਇਹ ਨੰਬਰ ਆ ਸਕਦੇ, ਦੂਜੀ ਵਾਰ ਥਰੋ ਕੀਤਾ ਤਾਂ ਇਹ ਨੰਬਰ ਆ ਸਕਦੇ। ਜਾਣੀ ਕਿ ਪਹਿਲੀ ਵਾਰ ਥਰੋ ਕੀਤਾ 1 ਆ ਗਿਆ, ਦੂਸਰੀ ਵਾਰ ਥਰੋ ਕੀਤਾ ਸ਼ਾਇਦ 1 ਆ ਜੇ। ਪਹਿਲੀ ਵਾਰ ਥਰੋ ਕੀਤਾ 1 ਆ ਗਿਆ, ਦੂਸਰੀ ਵਾਰ ਥਰੋ ਕੀਤਾ ਸ਼ਾਇਦ 2 ਆ ਜੇ। ਪਹਿਲੀ ਵਾਰ ਥਰੋ ਕੀਤਾ 1 ਆ ਗਿਆ, ਫਿਰ ਹੋ ਸਕਦਾ 3 1 4 1 5 1 6, ਇੱਦਾਂ ਲਿਖਦੇ ਹੁੰਦੇ ਸੀਗੇ ਆਪਾਂ। ਫਿਰ ਪਹਿਲੀ ਵਾਰ ਥਰੋ ਕੀਤਾ ਸ਼ਾਇਦ 2 ਆ ਜੇ, ਦੂਜੀ ਵਾਰ ਥਰੋ ਕੀਤਾ 1 ਆ ਜੇ। ਫਿਰ ਪਹਿਲੀ ਵਾਰ 2, ਦੂਜੀ ਵਾਰ 2, ਪਹਿਲੀ ਵਾਰ 2, ਦੂਜੀ ਵਾਰ 3, ਪਹਿਲੀ ਵਾਰ 2, ਦੂਜੀ ਵਾਰ 4, ਪਹਿਲੀ ਵਾਰ 2 5 2 6, ਫਿਰ 3 1 3 2 3 3 3 4 3 5 3 6 4 1 4 2 4 3,
इदां ही चली जावांगे। ये कुल मिला के 36 एलीमेंट्स बनते होंगे। सो सैंपल स्पेस एलीमेंट किन्ने हो गए 36। सो इनू जे आप सीधा सीधा याद रखना हो, जिन्नी बार डाई थ्रो की गई है उन्नी बार वो फेसिस नू गुणा कर दी होंगी है। जिवें एक बार छुट्टी 6, 2 बार छुट्टी है 6 तो किन्ने हो गए 6 6 36। 3 बार छुट्टी है, सॉरी 3 बार छुट गए जे कितना हो जाऊगा 216 एलीमेंट्स बन जाएंगे ये जी। ठीक है जी, ये चीज़ तुसी याद रखनी है। उस तो बाद मैं अड अड क्वेश्चन देख रहा ताकि जोड़े रैंडम वेरीएबल कराने वास्ते ना थोड़ा बेस बन जाए। ये नहीं आप करने, ये बहुत खासे लंबे आ। जे आप मैं तुहानूं होर भी एक दसना चाहुंदा सीगा, जे इंडिपेंडेंट होण वेज, नंबर ऑफ वेज इंडिपेंडेंट मतलब उन्हां दा एक दूजे नाल कोई संबंध ना होवे तां वो प्रोडक्ट हो जाते हैं। ठीक है, मैं तुहानूं दसदा किवें। जिवें मान लो ये कोई दरवाज़ा तो एक ये तीसरा दरवाज़ा, इधर 2 दरवाजे हैं। हुण एक बंदा उन्हें इत्थों इत्थे जाना, ठीक है, किन्ने तरीक़िਆਂ नाल ਉਹ जा सकदा। ठीक है, सब तो पहला देखण च लगदा कि 5 3 ते 2 5, पर ये 3 ते 2 5 नहीं हुंदे, ये गलत आ। पहला इधर दी जाऊगा इत्थे पहुँच गया, फिर इधर दी जाऊगा इत्थे पहुँच गया, किन्ने हो गए 2। फिर इधर दी जा वड़िया इधर दी, फिर इत्थों दी गया इत्थे, किन्ने हो गए 2। फिर इधर दी गया, फिर इधर दी गया, किन्ने हो गए 2, यानी कि कुल 6 हो गए। यानी कि सिंपली देखिए कि इस कंध नूं पार करन दे किन्ने दरवाजे सी 3, इस नूं करन दे 2, 3 दूनी 6। क्योंकि देखो जे बंदा इधरों पार कर गया, इस जगह तो पार कर गया, तो यदा मतलब आपां डिसाइड नहीं कर सकते हुण कि वह दूजे पास्यों किधरों पार होऊगा। हो सकदा वो इस चों लंघे, हो सकदा इधर लंघे। जदों दरवाज़ा ये दरवाज़ा पार कर गया वो पहला, आपां हुण आपां नूं कोई अंदाज़ा नहीं, इधर भी जा सकदा इधर भी। इहनूं कहंदे आ इंडिपेंडेंस। इस चों लंघना दोवें इंडिपेंडेंट आ, दोवां दा एक दूजे नाल कोई लेना देना नहीं। जे आपां उत्ते रिस्ट्रिक्शन लाउने आ कि जे तू इस दरवाजे चों लंघिया तैनूं इस चों ही लंघना पैना, तां ये दोवें ही डिपेंडेंट हो गए। फिर आपां ये प्रोडक्ट नहीं कर सकते। जदों इंडिपेंडेंट आ तो प्रोडक्ट कर सकते हैं। ठीक है जी, हुण नंबर ऑफ वेज कई बारी की हुंदा अपने कोले जिहड़ियां फेवरेबल आउटकम्स आ वो नंबर ऑफ वेज के बराबर ही हुंदियां। ठीक है, आप जिवें एग्जाम्पल देखते हैं। उस तो पहला एक चीज़ देखो, ये एग्जाम्पल मैं करवाऊँगा जदों भी। एक होर हुंदा NCR, जे तुहानूं याद होवे तां इहदा फार्मूला हुंदा सी N फैक्टोरीयल R फैक्टोरीयल N माइनस R फैक्टोरीयल। इहदा मतलब की हुंदा N चीज़ां चों R चीज़ां सिलेक्ट करनियां, N चों R सिलेक्ट करनियां। जिवें इत्थे जे 3C2 आ, इहदा मतलब इत्थे 3 चीज़ां पईयां, उन्हां चों कोई 2 सिलेक्ट करनियां। तुसीं किन्ने तरीक़िਆਂ नाल कर सकदे आ वो ये आंसर दस दिंदा। हुण जिवें देखो इत्थे अल्फा बीटा गामा 3 नंबर पे आ, मैं कोई 2 सिलेक्ट करने आ, किन्ने तरीक़िਆਂ नाल कर सकदा मैं? 3 चों 2 सिलेक्ट करने आ। ठीक है, हुण देखो किन्ने तरीक़िਆਂ नाल कर सकदा। पहला मैं अल्फा बीटा कर लूँगा, फिर मैं बीटा गामा कर लूँगा, फिर मैं गामा अल्फा कर लूँगा। इस तो इलावा कोई होर तरीका है? ये ना कह दे हुण अल्फा गामा कर लो जी, ये दोवें इकट्ठे सिलेक्ट करने एज ए सैट। ये पहला सैट है, ये दूसरा सैट है, ये तीसरा सैट है। इस तो इलावा होर कोई सैट बन सकदा? कोई भी नहीं बन सकता। ठीक है, सो किन्ने तरीके हो गए ये 3। सो 3C2 नूं जे सॉल्व करूँ की आऊगा 3 फैक्टोरीयल, नीचे 2 फैक्टोरीयल 3 माइनस 2, यानी कि 3 ये तुहानूं सॉल्व करना आउंदा ही है। ये कितना हुंदा 6 बन जाता, ये 2 आ गया, ये 1 आ गया, ये आ गया 3, आंसर आ गया 3। ठीक है जी, जो ये ईजी जा काम है इहदा। अच्छा, जे हुण 10 गेंदां चों 4 सिलेक्ट करनियां, किन्ने तरीक़िਆਂ नाल कर सकते हैं? सो 10C4 लिख दांगे आपां, 10 फैक्टोरीयल 4 फैक्टोरीयल ते 4 10 चों 4 कड्ढे 6 फैक्टोरीयल, ये फार्मूले च पुट कर देईदा हुंदा। ठीक है जी, हुण आपां जिवें कोई क्वेश्चन देखिए
ਕੋਈ ਤਾਸ਼ ਦੇ ਪੱਤਿਆਂ ਵਾਲਾ ਕੁਐਸਚਨ ਦੇਖੀਏ ਰਾਜੇ, ਇੱਕ ਚੀਜ਼ ਯਾਦ ਰੱਖਿਓ, ਸਭ ਤੋਂ ਪਹਿਲਾਂ ਇਹਦੇ 'ਤੇ 52 ਕਾਰਡ ਹੁੰਦੇ ਆ ਹੈ ਨਾ, 26 ਜਿਹੜੇ ਕਾਲੇ ਹੁੰਦੇ ਆ ਬਲੈਕ, ਅਤੇ 26 ਜਿਹੜੇ ਰੈੱਡ ਹੁੰਦੇ ਆ। ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਦੀਆਂ ਅੱਗੇ 2-2 ਕਿਸਮਾਂ ਬਣਾ ਦਿੰਦੇ ਆ, 13-13 ਹੈ ਨਾ। ਅੱਛਾ, ਇਹ ਸਾਰੇ ਹੁੰਦੇ ਆ 13-13 ਹੈ ਨਾ। ਅਤੇ 13 ਰਾਜੇ ਹੁਣ ਇਹ ਕਿਹੋ ਜਿਹੇ ਦਿਖਦੇ ਆ ਤੁਹਾਨੂੰ ਪਤਾ ਹੀ ਹੈ। ਅੱਛਾ, ਅੱਗੇ ਇਹ ਜਿਹੜੇ 13-13 ਹੁੰਦੇ ਆ ਰਾਜੇ, ਇਹਨਾਂ ਦੇ ਨਾਮ ਹੁੰਦੇ ਆ ਵੈਸੇ ਐਡੀ ਕਨਫਿਊਜ਼ਨ ਵਾਲੀ ਗੱਲ ਨਹੀਂ। ਕੁਛ ਬੱਚੇ ਕਹਿੰਦੇ ਆ ਵੀ ਇਹ ਸਾਨੂੰ ਇਹ ਕਨਫਿਊਜ਼ਨ ਆ ਸਰ, ਇਹਨੂੰ ਸਪੇਡ ਕਹਿੰਦੇ ਆ, ਇਹਨੂੰ ਹਾਰਟ ਕਹਿੰਦੇ, ਇਹਨੂੰ ਡਾਇਮੰਡ ਕਹਿੰਦੇ। ਦੇਖੋ ਆਨਸਰ 'ਤੇ ਕੋਈ ਇਫੈਕਟ ਨਹੀਂ ਪੈਂਦਾ ਹੁੰਦਾ ਰਾਜੇ ਇਸ ਚੀਜ਼ ਦਾ। ਜਿਵੇਂ ਮੈਨੂੰ ਜਿੰਨਾ ਕੁ ਪਤਾ ਮੈਂ ਦੱਸ ਦਿੰਦਾ, ਬਾਕੀ ਜ਼ਿਆਦਾਤਰ ਨੂੰ ਪਤਾ ਹੀ ਹੋਊਗਾ ਤੁਹਾਨੂੰ। ਆਪਣੇ ਕੋਲ ਜਿਹੜਾ ਇਹ ਜਿਹਾ ਹੁੰਦਾ ਨਾ, ਮੈਂ ਡਰੋ ਜਿਹੀ ਕਰਕੇ ਤੁਹਾਨੂੰ ਦਿਖਾਉਣਾ ਇਸ ਤਰੀਕੇ ਦਾ ਇੱਕ ਹੈ ਨਾ, ਇਹਨੂੰ ਸਪੇਡ ਕਹਿ ਦਿੰਦੇ ਆ। ਅਤੇ ਫਿਰ ਇਸ ਤਰੀਕੇ ਦਾ ਹੁੰਦਾ, ਇੱਦਾਂ ਹਾਰਟ ਜਿਹਾ ਬਣਿਆ ਹੁੰਦਾ, ਇਹ ਹਾਰਟ ਹੀ ਹੁੰਦਾ। ਉਸ ਤੋਂ ਬਾਅਦ ਡਾਇਮੰਡ ਆ ਗਿਆ। ਸੋਰੀ, ਇੱਥੇ ਜੇ ਬਲੈਕ ਕਰਨੇ ਸੀਗੇ, ਇੱਥੇ ਆਪਾਂ ਨੂੰ ਹਾਰਟ ਨਹੀਂ ਸੀ ਬਣਾਉਣਾ ਚਾਹੀਦਾ, ਕਿਉਂਕਿ ਆਪਣੇ ਜ਼ਿਆਦਾਤਰ ਇਹ ਰੈੱਡ 'ਚ ਹੁੰਦਾ। ਠੀਕ ਹੈ, ਮੇਰੀ ਡਰਾਇੰਗ ਕਰਾਤੀ ਤੁਸੀਂ ਅੱਜ। ਅਤੇ ਉਸ ਤੋਂ ਬਾਅਦ ਜਿਹੜਾ ਇੱਕ ਡਾਇਮੰਡ ਹੁੰਦਾ, ਇਸ ਤਰੀਕੇ ਦਾ ਹੁੰਦਾ, ਇਹ ਵੀ ਰੈੱਡ ਹੀ ਹੁੰਦਾ। ਠੀਕ ਹੈ। ਅਤੇ ਕਲੱਬ ਹੁੰਦਾ ਜਿਹੜਾ, ਉਹ ਇਹੋ ਜਿਹਾ ਹੁੰਦਾ ਜਿਵੇਂ ਪੱਤਾ ਜਿਹਾ ਹੁੰਦਾ ਨਾ, ਚਿੜੀਆ ਕਹਿ ਦਿੰਦੇ ਆ ਜਿਹਨੂੰ, ਇਹ ਕਲੱਬ। ਹੁਣ ਰਾਜੇ ਇਹ ਇਕੁਅਲ ਆ। ਦੇਖੋ ਮੇਰੀ ਗੱਲ ਸੁਣੋ, ਜੇ ਤੁਸੀਂ ਬਾਈ ਚਾਂਸ ਉੱਥੇ ਭੁੱਲ ਗਏ ਕਿ ਕਿਹਨੂੰ ਕੀ ਕਹਿੰਦੇ ਆ, ਕੀ ਫ਼ਰਕ ਪੈਂਦਾ, ਇਹ ਸ਼ੇਪ ਨੂੰ ਦਿਮਾਗ 'ਚ ਰੱਖ ਕੇ ਕੁਐਸਚਨ ਕਰ ਦਿਓ, ਆਨਸਰ ਥੋੜ੍ਹੀ ਬਦਲ ਜਾਊਗਾ। ਠੀਕ ਹੈ। ਜੇ ਪੇਪਰ 'ਚ ਤੁਸੀਂ ਕਹਿ ਦਿੰਦੇ ਹੋ ਕਿ ਸਰ ਉੱਥੇ ਤਾਂ ਲਿਖਿਆ ਸੀਗਾ ਹਾਰਟ ਲਿਖਿਆ ਸੀਗਾ, ਮੈਂ ਤਾਂ ਡਾਇਮੰਡ ਦੇ ਹਿਸਾਬ ਨਾਲ ਕੱਢਿਆ, ਕੀ ਫ਼ਰਕ ਪੈਂਦਾ, ਉਹ ਵੀ 13 ਉਹ ਵੀ 13। ਠੀਕ ਹੈ। ਸੋ ਇਹਦੇ 'ਚ ਡਰਨ ਦੀ ਗੱਲ ਨਹੀਂ ਹੁੰਦੀ। ਅੱਛਾ, ਉਸ ਤੋਂ ਬਾਅਦ ਇੱਕ ਹੋਰ ਚੀਜ਼ ਆ, ਹਰੇਕ ਕਿਸਮ ਦੇ ਜਿਹੜੇ ਹੁੰਦੇ ਆ 4 ਕਿੰਗ ਹੁੰਦੇ ਆ ਹੈ ਨਾ, ਉਹ ਤੁਹਾਨੂੰ ਪਤਾ ਹੋਊਗਾ। 4 ਆਪਣੇ ਕੁਈਨ, ਫਿਰ ਉਹ ਜਿਹੜੇ ਆਪਾਂ ਕਹਿੰਦੇ ਨੇ ਜੈਕ ਹੁੰਦਾ, ਆਈ ਥਿੰਕ ਜੈਕ ਹੀ ਕਹਿੰਦੇ ਹੁੰਦੇ ਉਹਨੂੰ। ਠੀਕ ਆ। ਇਹ ਸਾਰੀ ਚੀਜ਼ ਤਾਸ਼ ਮੂਲੋਂ ਗੱਲ ਜਾਂਦੀ ਹੈ। ਜੇ ਤੁਹਾਨੂੰ ਭੁੱਲਦਾ ਨਾ, ਇੱਕ ਉਹ ਲੈ ਆਓ ਪੈਕਟ ਕਾਰਡਸ ਦਾ। ਠੀਕ ਆ, ਘਰ ਰੱਖ ਲਓ, ਨਾਲੇ ਖੇਡ ਲਿਆ ਕਰੋ, ਨਾਲੇ ਦੇਖ ਲਿਆ ਕਰੋ, ਕਿਉਂਕਿ ਉਹ ਸਾਰਾ ਕੁਛ ਫਿਰ ਦੇਖ ਕੇ ਉਹਨੂੰ ਯਾਦ ਹੋ ਜਾਂਦਾ। ਠੀਕ ਆ। 4-4 ਹੁੰਦੇ ਆ ਰਾਜੇ, ਹਰੇਕ ਜਿਹੜਾ ਕਲਰਡ ਹੁੰਦੇ ਨਾ, ਕਲਰਡ ਕਾਰਡ ਹੁੰਦੇ ਆ, 4-4 ਤਰ੍ਹਾਂ ਦੇ ਹੁੰਦੇ ਆ ਇਹ ਹਰੇਕ 'ਚ ਹੀ 4। ਠੀਕ ਆ। ਕਿੰਗ ਹੋਇਆ, ਕੁਈਨ ਹੋਈ, ਆਈ ਥਿੰਕ ਜੈਕ ਹੁੰਦਾ ਇੱਕ, ਮੈਨੂੰ ਵੀ ਬਹੁਤ ਟਾਈਮ ਹੋ ਗਿਆ, ਮੈਨੂੰ ਵੀ ਭੁੱਲੇ ਪਏ ਆ। ਅੱਛਾ ਚਲੋ, ਇਹ 16 ਤਾਂ ਜਿਹੜੇ ਕਲਰਡ ਆ ਉਹ 16 ਹੁੰਦੇ ਆ ਕੁੱਲ। ਠੀਕ ਆ, ਇਹ ਦਿਮਾਗ 'ਚ ਰੱਖ ਲਿਓ ਬਸ। ਅੱਛਾ, ਹੁਣ ਜਿਵੇਂ ਕੁਐਸਚਨ 'ਚ ਇਹ ਕਹਿੰਦੇ ਆ, ਅੱਛਾ ਕੁੱਲ 52 ਹੁੰਦੇ ਆ ਇਹ। ਠੀਕ ਹੈ। 4-4 ਇਹ 16 ਹੋ ਗਏ ਕਲਰਡ, 4 ਕਿੰਗ ਹੋ ਜਾਂਦੇ ਆ, 4 ਕੁਈਨ, 4 ਜੈਕ। ਉਸ ਤੋਂ ਬਾਅਦ ਇੱਕ ਹੋਰ ਹੁੰਦਾ, ਮੈਨੂੰ ਉਹ ਨਹੀਂ ਦਿਮਾਗ 'ਚ ਆ ਰਿਹਾ ਕਿਹੜਾ ਹੁੰਦਾ ਕਾਰਡ, ਕਿੰਗ, ਕੁਈਨ, ਜੈਕ, 4 ਹੋਰ ਕਿਹੜੇ ਆ ਗਏ। ਚਲੋ ਕੋਈ ਗੱਲ ਨਹੀਂ, ਜਦੋਂ ਦਿਮਾਗ 'ਚ ਆ ਗਿਆ ਉਦੋਂ ਦੱਸ ਦੂੰਗਾ। ਇੱਕ ਮਿੰਟ, ਆਹ ਦੇਖੋ ਰਾਜੇ, ਮੈਂ ਇੱਥੇ ਫੋਨ 'ਤੇ ਦਿਖਾਉਂਦਾ ਤੁਹਾਨੂੰ। ਜਿਵੇਂ ਇਹ ਜਿਹੜੇ ਮੈਂ 4-4 ਲਿਖੇ ਆ, ਜਿਵੇਂ ਇਹ ਆਪਣੇ ਕੋਲ ਇਹ ਆ ਗਿਆ ਏ ਹੈ ਨਾ, ਏਸ ਕਹਿ ਦਿੰਦੇ ਹੁੰਦੇ ਆਈ ਥਿੰਕ ਇਹਨੂੰ, ACE। ਅਤੇ ਫਿਰ ਇਹ ਹਾਰਟ ਦੇ ਆ ਇਹਦੇ, ਆਪਣੇ ਇਹਦੇ ਏਸ, ਇਹ ਆ ਗਿਆ, ਫਿਰ ਕਿੰਗ ਆ ਗਿਆ, ਫਿਰ ਕੁਈਨ ਆ ਗਈ, ਅਤੇ ਜੇ ਆ ਗਿਆ। ਆਹ ਦਸੀ ਹੈ ਜਿਹੜੀ ਐਵੇਂ ਹੀ ਲਾਤੀ ਇਹਨੇ। ਇਹ ਆਪਣੀ ਜਾਣੀ ਕਿ ਹਰੇਕ ਗੇਮ ਦੇ ਹਿਸਾਬ ਨਾਲ ਹੁੰਦਾ, ਆਪਾਂ ਉਹ ਨਹੀਂ ਸਿੱਖਣੀ, ਮੈਂ ਜਸਟ ਕਾਰਡ ਦਿਖਾ ਰਿਹਾ। ਜਿਹੜਾ ਪਹਿਲਾ AKQ ਅਤੇ J ਆ। ਠੀਕ ਆ। ਇਹ ਜੈਕ ਹੋ ਗਿਆ। ਇਹਨਾਂ 4 ਦੀ ਗੱਲ ਕਰ ਰਿਹਾ ਮੈਂ, ਇਹ ਵੀ ਵਿੱਚ ਹੀ ਆ ਗਿਆ। ਇਹ ਹਾਰਟ ਦੇ ਦੇਖੋ 4 ਪਏ ਆ ਨਾ ਤੁਹਾਡੇ ਸਾਹਮਣੇ, ਇਹ ਹਰੇਕ ਦੇ ਵੀ 4 ਹੁੰਦੇ ਆ। ਸਪੇਡ ਦੇ ਵੀ 4 ਹੁੰਦੇ, ਇਹਦੇ ਵੀ 4 ਹੁੰਦੇ, ਇਹਦੇ ਵੀ 4 ਹੁੰਦੇ ਆ, ਅਤੇ ਡਾਇਮੰਡ ਦੇ ਵੀ 4 ਹੁੰਦੇ ਆ। ਠੀਕ ਆ। ਕੁੱਲ ਮਿਲਾ ਕੇ ਇਹ 16 ਹੁੰਦੇ ਆ। ਇਹਨਾਂ ਨੂੰ ਕਲਰਡ ਕਾਰਡਸ ਕਹਿੰਦੇ ਆ। ਠੀਕ ਆ। ਕਲਰਡ ਕੁੱਲ ਮਿਲਾ ਕੇ 16 ਹੁੰਦੇ ਆ। ਅਤੇ ਜਿਹੜੇ ਆਰਡੀਨਰੀ ਪੱਤੇ ਆ, ਜਿਹੜੇ ਆਰਡੀਨਰੀ ਕਾਰਡਸ ਆ, ਉਹ ਕਿੰਨੇ ਹੋ ਗਏ ਫਿਰ?
ਆਰਡੀਨਰੀ ਜਿਹੜੇ ਕਲਰਡ ਨਹੀਂਗੇ 52 ਚੋਂ ਇਹ 16 ਜਿਹੜੇ ਕਲਰਡ ਕੱਢ ਦਿਓ, ਕਿੰਨੇ ਰਹਿ ਗਏ ਇਹ ਆਈ ਥਿੰਕ 36 ਤੇ 42 ਹਾਂ 36 ਕਾਰਡ ਆ ਜਿਹੜੇ ਉਹ ਆਰਡੀਨਰੀ ਰਹਿ ਜਾਂਦੇ ਹੁੰਦੇ ਆ। ਠੀਕ ਆ, ਚਲੋ ਆਪਾਂ ਇੱਕ ਕੁਐਸਚਨ ਦੇਖੀਏ। ਜਿਵੇਂ ਇੱਥੇ ਇੱਕ ਕੁਐਸਚਨ ਇਹਨੇ ਕਿਹਾ ਹੋਇਆ ਇਹ ਆਪਣੇ ਕੋਲ 52 ਕਾਰਡਸ ਆ ਕੁੱਲ। ਐਗਜ਼ਾਮਪਲ 5 ਆ, ਐਗਜ਼ਾਮਪਲ 5 ਬਸ ਇਹ ਥੋੜ੍ਹੀ ਜਿਹੀ ਕਰਵਾ ਕੇ ਫਿਰ ਆਪਾਂ ਰੈਂਡਮ ਵੇਰੀਏਬਲ 'ਤੇ ਚੱਲੀਏ। Find the probability that when a hand of 7 cards is dealt a well shuffled deck of 52 cards, it contains all 4 king। मतलब एक बंदा ਉਹਨੇ 7 ਜਿਹੜੇ ਹੈਗੇ ਆ ਕਾਰਡ ਖਿੱਚਣੇ ਆ। ਸਿੱਧੇ ਸਿੱਧੇ ਤੁਹਾਨੂੰ ਪੰਜਾਬੀ 'ਚ ਦੱਸਦਾ, ਉਹ ਕਹਿੰਦਾ ਪ੍ਰੋਬਿਲਟੀ ਦੱਸੋ ਕਿ ਸਾਰੇ ਦੇ ਸਾਰੇ ਉਹਨਾਂ 'ਚੋਂ 4 ਦੇ 4 ਰਾਜੇ ਆ ਜਾਣ, ਮਤਲਬ ਆਲ 4 ਕਿੰਗਸ। ਹੁਣ ਕਿੰਗ ਕਿੰਨੇ ਤਰ੍ਹਾਂ ਦੇ ਹੋ ਸਕਦੇ ਆ? ਦੇਖੋ ਇੱਥੇ ਆਪਾਂ ਜੇ ਗੱਲ ਕੀਤੀ ਆ ਕਲਰਡ 4 ਜਾਣੀ ਕਿ 4 ਕਿੰਗ ਹੁੰਦੇ ਆ, ਇੱਕ ਇਹਦਾ ਇੱਕ ਇਹਦਾ ਇੱਕ ਇਹਦਾ ਇੱਕ ਇਹਦਾ। ਠੀਕ ਆ ਉਸ ਤੋਂ ਬਾਅਦ ਜਿਹੜੇ ਕੁਈਨ ਹੁੰਦੀ ਆ ਉਹ ਵੀ 4 ਹੁੰਦੀਆਂ, ਇੱਕ ਇਹਦੀ ਇੱਕ ਇਹਦੀ ਇੱਕ ਇਹਦੀ ਇੱਕ ਇਹਦੀ। ਠੀਕ ਆ, ਉਸ ਤੋਂ ਬਾਅਦ ਜਿਹੜੇ ਆ ਗਏ ਜੈਕ, ਆਈ ਥਿੰਕ ਜੈਕ ਹੁੰਦਾ, ਉਹ ਵੀ ਇਹਦਾ 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 ਇਹਦਾ। ਉਸ ਤੋਂ ਬਾਅਦ ਏਜ਼ ਇਹਦਾ 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 ਇਹਦਾ। 4 ਹਰੇਕ ਕਿਸਮ ਦਾ 4 ਪੱਤੇ ਆਪਣੇ ਕੋਲ ਆਉਂਦੇ ਆ। ਠੀਕ ਹੈ ਜੀ, ਇਹਦੇ ਵਾਸਤੇ 4 ਕਲਰਡ ਹੁੰਦੇ ਆ ਅਤੇ ਇਕੱਲੇ ਕਿਸਮ ਦਾ ਵੀ ਇੱਕ ਆਪਣੇ ਕੋਲ ਪੱਤਾ ਆਉਂਦਾ ਹੁੰਦਾ। ਉਹ ਕਹਿੰਦੇ 4 ਹੀ ਕਿਸਮਾਂ ਦੇ ਰਾਜੇ ਆ ਜਾਣ ਆਪਣੇ ਕੋਲ, ਕਿੰਗ 4 ਆ ਜਾਣ, ਇਹਦਾ ਵੀ ਆ ਜੇ ਇਹਦਾ ਵੀ ਆ ਜੇ ਇਹਦਾ ਵੀ ਆ ਜੇ ਇਹਦੇ। ਸੋ ਆਪਣੇ ਕੋਲ 4 ਕਿੰਗ ਹੋ ਜਾਣ 7 ਪੱਤਿਆਂ 'ਚੋਂ। ਸੋ ਇਹ ਆਪਾਂ ਦੇਖਣਾ ਵੀ ਇਹਦੀ ਕੀ ਪ੍ਰੋਬਿਲਟੀ ਹੋ ਸਕਦੀ ਹੈ। ਠੀਕ ਹੈ, 7 ਖਿੱਚਣੇ ਆ। ਠੀਕ ਹੈ, ਆਪਾਂ 7 'ਚੋਂ 4 ਰਾਜੇ ਹੋਣੇ ਚਾਹੀਦੇ ਆ, 4 ਕਿੰਗ, ਬਾਕੀ 3 ਕੀ ਹੋਣੇ ਚਾਹੀਦੇ ਆ? ਆਰਡੀਨਰੀ। ਹੁਣ ਇਹ ਚੀਜ਼ ਦੇਖੋ, ਇਹ ਹੈਂਡ ਹੈਜ਼ 4 ਕਿੰਗਸ। ਕਿਵੇਂ ਇਹਨੂੰ ਕੈਲਕੂਲੇਟ ਕਿਵੇਂ ਕਰਾਂਗੇ ਆਪਾਂ? ਆਪਣੇ ਕੋਲੇ ਕੁੱਲ ਪੱਤੇ ਖਿੱਚਣੇ ਆ, ਕੁੱਲ ਪੱਤੇ ਖਿੱਚਣੇ ਆਪਾਂ 7 ਅਤੇ ਇਹਨਾਂ 4 ਕਿੰਗ ਹੋਣੇ ਚਾਹੀਦੇ ਆ। ਕੁੱਲ ਕਿੰਗ ਕਿੰਨੇ ਹੁੰਦੇ ਆ? 4 ਹੀ ਹੁੰਦੇ ਆ। ਠੀਕ ਹੈ, ਉਹਨਾਂ 4 ਨੂੰ ਇੱਕ ਇੱਦਾਂ ਕਰੋ, ਅੱਡ ਕਰ ਲਓ। ਜਿਵੇਂ ਇੱਕ ਇਹ ਹੈ 4 ਕਿੰਗ ਤਾਂ ਅੱਡ ਕਰ ਲਏ, ਪਿੱਛੇ ਕਿੰਨੇ ਬਚ ਗਏ? 48 ਪੱਤੇ। ਹੁਣ ਜਿਹੜੇ 48 ਹੈ ਇਹ ਆਰਡੀਨਰੀ ਹੋ ਗਏ, ਇਹ 4 ਕਿੰਗ ਹੋ ਗਏ। ਹੁਣ 4 ਚੋਂ ਆਪਾਂ ਕਿਵੇਂ ਕਰਨਾ ਕਿ ਇਹਨਾਂ ਚੋਂ ਪਹਿਲਾਂ ਤਾਂ ਮੈਨੂੰ ਦੱਸੋ ਕਿ 4 ਕਿੰਗ ਕਿਵੇਂ ਖਿੱਚ ਸਕਦੇ? ਜੇ 4 ਦੇ 4 ਇਹਦੇ 'ਚੋਂ ਖਿੱਚ ਲਈਏ 4C4। ਠੀਕ ਹੈ, ਮੰਨ ਲਓ ਜੇ ਇੱਥੇ 2 ਰਾਜੇ ਹੁੰਦੇ ਫਿਰ ਥੋੜ੍ਹਾ ਜਿਹਾ ਜ਼ਿਆਦਾ ਬੈਟਰ ਹੋਣਾ ਸੀ। ਐਂ ਕਰੋ, ਇੱਥੇ 2 ਕਿੰਗਸ ਲਿਖੋ, ਫਿਰ ਤੁਹਾਨੂੰ ਸਮਝ ਲੱਗਣੀ ਸੀ ਜ਼ਿਆਦਾ। ਇੱਥੇ ਵੀ 2 ਕਿੰਗ ਅਤੇ 5 ਆਰਡੀਨਰੀ ਪੱਤੇ, ਕੁੱਲ 7 ਹੀ ਖਿੱਚਣੇ ਆ। 2 ਰਾਜੇ, ਕੁਐਸਚਨ ਬਦਲਤਾ ਮੈਂ ਥੋੜ੍ਹਾ ਜਿਹਾ, 2 ਕਿੰਗ ਰੱਖੋ ਅਤੇ 5 ਆਰਡੀਨਰੀ ਪੱਤੇ ਉਹਦੇ ਕੋਲ ਹੋਣੇ ਚਾਹੀਦੇ ਹੱਥ 'ਚ। ਆਪਾਂ ਦੇਖਣਾ ਵੀ ਇਹ ਚੀਜ਼ ਹੋਣ ਦੀ ਪ੍ਰੋਬਿਲਟੀ ਕਿੰਨੀ ਆ। ਠੀਕ ਹੈ, ਵੀ ਸਾਹਮਣੇ ਵਾਲੇ ਕੋਲ 2 ਕਿੰਗ ਹੋਣ। ਹੁਣ ਕੁੱਲ ਤਾਂ 4 ਕਿੰਗ ਹੁੰਦੇ ਆ, 48 ਜਿਹੜੇ ਹੈਗੇ ਆ ਉਹ ਆਮ ਪੱਤੇ ਹੁੰਦੇ ਆ। ਠੀਕ ਹੈ, ਅਤੇ 4 ਚੋਂ 2 ਰਾਜੇ ਆਉਣ ਦੀ 2 ਕਿੰਗ ਖਿੱਚਣ ਦੀ ਤਰੀਕੇ ਕਿੰਨੇ ਹੋ ਸਕਦੇ ਆ? 4C2। ਅਤੇ ਬਾਕੀ ਦੇ ਜਿਹੜੇ 5 ਆ ਉਹ ਕਿੰਨਾਂ 'ਚੋਂ ਆਉਣੇ ਆ? 48 ਚੋਂ। ਠੀਕ ਆ, ਕਿਉਂਕਿ ਇਹ ਦੋਵਾਂ ਦਾ ਇਹਨਾਂ ਨਾਲ ਕੋਈ ਇਫੈਕਟ ਨਹੀਂ। ਸੋ ਇੱਥੇ ਕੀ ਹੋਊਗਾ? ਪ੍ਰੋਡਕਟ। ਠੀਕ ਆ, ਅਤੇ ਇਹ ਮੈਂ ਪਹਿਲਾਂ ਹੀ ਕਹਿ ਚੁੱਕਿਆ, ਨੰਬਰ ਆਫ ਵੇਜ਼ ਆ ਜਿਹੜੇ ਇਹਨਾਂ ਦੀ ਪ੍ਰੋਡਕਟ ਹੋ ਜਾਂਦੀ ਹੁੰਦੀ ਆ ਆਪਣੇ ਕੋਲ ਜੇ ਇਹ ਇੰਡੀਪੈਂਡੈਂਟ ਹੋਣ। ਸੋ 4C 4 ਚੋਂ 2 ਖਿੱਚ ਲਏ। ਠੀਕ ਹੈ, ਇਹ ਜੇ 2 ਖਿੱਚ ਲਏ, ਮੇਰੀ ਗੱਲ ਸੁਣੋ, ਜਿਹੜੇ ਬਾਕੀ ਦੇ ਆ ਉਹਨਾਂ 'ਤੇ ਇਹਦਾ ਕੀ ਇਫੈਕਟ ਪਿਆ? ਉਹਨਾਂ 'ਚੋਂ ਜਿਹੜੇ 5 ਖਿੱਚਣੇ ਆ ਉਹ ਕਿਹੜੇ ਆ? ਉਹ ਆਰਡੀਨਰੀ ਆ। ਉਹ ਕਿੰਨੇ ਤਰੀਕਿਆਂ ਨਾਲ ਖਿੱਚੇ ਜਾ ਸਕਦੇ ਆ? 48C5। ਸੋ ਇਹ ਫੇਵਰੇਬਲ ਆਊਟਕਮਸ ਹੋ ਗਈਆਂ। ਠੀਕ ਹੈ, ਟੋਟਲ ਆਊਟਕਮਸ ਕਿੰਨੀਆਂ? 52 ਚੋਂ 7 ਖਿੱਚਣੇ ਆ। ਠੀਕ ਹੈ, ਸੋ ਇਹ ਬਸ ਥੋੜ੍ਹਾ ਜਿਹਾ ਯਾਦ ਰੱਖ ਲਿਓ। ਜਿਵੇਂ ਮੰਨ ਲਓ ਇੱਕ ਕੋਈ ਐਗਜ਼ਾਮਪਲ ਦੇਖਦੇ ਹਾਂ ਆਪਾਂ। ਮੈਂ ਇੱਕ ਸੈੱਟ ਆ, ਮੰਨ ਲਓ ਜਿਵੇਂ ਉਹਦੇ 'ਚ 4 ਬਲੈਕ ਬਾਲਸ ਆ, 3 ਵਾਈਟ ਬਾਲਸ ਆ। ਮੈਂ ਤੁਹਾਨੂੰ ਕਹਿਣਾ ਕਿ ਇਹਦੇ 'ਚੋਂ 2 ਬਲੈਕ ਦੀ ਪ੍ਰੋਬਿਲਟੀ ਦੱਸੋ। ਤੁਸੀਂ 3 ਚੁੱਕਣੀਆਂ,
3 ਇਹਦੇ 'ਚੋਂ ਬਾਹਰ ਕੱਢਣੀਆਂ, 3 'ਚੋਂ 2 ਬਲੈਕ ਹੋਣੀਆਂ ਚਾਹੀਦੀਆਂ। ਉਹਦੀ ਪ੍ਰੋਬੇਬਿਲਟੀ ਦੇਖੋ, ਜੋ ਵੀ ਬਲੈਕ ਹੋਣਗੀਆਂ ਉਹ ਸਿਲੈਕਟ ਤਾਂ ਇਹਨਾਂ 4 'ਚੋਂ ਹੀ ਹੋਣੀਆਂ। ਸੋ 2 ਬਲੈਕ ਹੋਣੀਆਂ ਚਾਹੀਦੀਆਂ 3 'ਚ, 2 ਬਲੈਕ ਹੋਣੀ ਚਾਹੀਦੀ ਹੈ, 1 ਵਾਈਟ ਹੋਣ ਦੀ ਪ੍ਰੋਬੇਬਿਲਟੀ ਮੈਂ ਤੁਹਾਨੂੰ ਪੁੱਛ ਰਿਹਾ ਵੀ ਕਿੰਨੀ ਹੈ। ਹੁਣ 2 ਬਲੈਕ ਆ ਜਿਹੜੀਆਂ ਉਹ ਤਾਂ ਇਹ 'ਚੋਂ ਹੀ ਚੱਕਣੀਆਂ ਆਪਾਂ, ਜਿਹੜੀ 1 ਵਾਈਟ ਆ ਉਹ ਇਹਦੇ 'ਚੋਂ ਚੱਕਣੀ ਆ। ਇਹ ਵੀ ਕੁਛ ਇਹੋ ਜਿਹਾ ਹੀ ਆ। 2 ਬਲੈਕ ਉਹਦੇ 'ਚ ਇਹਦੇ 'ਚੋਂ ਚੱਕਣੀਆਂ, 1 ਵਾਈਟ ਇਹਦੇ 'ਚੋਂ ਚੱਕਣੀ ਹੈ। ਸੋ ਇਹਦੇ 'ਚੋਂ 2 ਬਲੈਕ ਚੱਕਣ ਦੇ ਤਰੀਕੇ ਕਿੰਨੇ ਹੋ ਸਕਦੇ ਆ? 4C2। ਇਹਦੇ 'ਚੋਂ 1 ਵਾਈਟ ਚੱਕਣ ਦੇ ਤਰੀਕੇ ਕਿੰਨੇ ਹੋ ਸਕਦੇ? 3C1। ਅਤੇ ਇਹ ਤਰੀਕੇ ਇੰਡੀਪੈਂਡੈਂਟ ਆ। ਜੇ ਇਹਦੇ 'ਚੋਂ 2 ਸਿਲੈਕਟ ਕਰ ਲਈਆਂ, ਕੀ ਇਹਦੇ 'ਚ ਵਾਈਟ ਜਿਹੜੀ 1 ਮਿਲੂਗੀ ਉਹਦੇ 'ਤੇ ਕੋਈ ਇਫੈਕਟ ਪਊਗਾ? ਕੋਈ ਇਫੈਕਟ ਨਹੀਂ ਪੈਣਾ। ਸੋ ਇਹ ਹੋ ਗਏ ਇੰਡੀਪੈਂਡੈਂਟ ਵੇਜ਼। ਕੁੱਲ ਕਿੰਨੀਆਂ? 7। 7 'ਚੋਂ ਕਿੰਨੀਆਂ ਸਿਲੈਕਟ ਕੀਤੀਆਂ? 3। ਸੋ ਇਹ ਟੋਟਲ ਆਊਟਕਮਸ ਹੋ ਗਈਆਂ। ਹੁਣ ਜੇ ਅਗਲੀ ਐਗਜ਼ਾਮਪਲ ਦੇਖੀਏ, ਮੰਨ ਲਓ ਇੱਕ ਬੈਗ ਆ, ਉਹਦੇ 'ਚ 7 ਬਲੈਕ ਬਾਲ ਆ ਅਤੇ 8 ਵਾਈਟ ਬਾਲ ਆ। ਮੈਂ ਤੁਹਾਨੂੰ ਪੁੱਛ ਰਿਹਾ ਵੀ 3 ਬਲੈਕ ਅਤੇ 2 ਵਾਈਟ ਸਿਲੈਕਟ ਕਰਨ ਦੇ ਕਿੰਨੇ ਤਰੀਕੇ ਆ? ਹੁਣ ਜਿਹੜੇ ਬਲੈਕ ਵਾਲਾ ਕੰਮ ਆ ਉਹ ਤਾਂ ਇਹਦੇ ਨਾਲ ਰਿਲੇਟਡ ਆ, ਵਾਈਟ ਵਾਲਾ ਇਹਦੇ ਨਾਲ ਰਿਲੇਟਡ ਆ। ਦੋਵਾਂ 'ਚ ਇੱਕ ਦੂਜੇ ਦਾ ਲੈਣਾ ਦੇਣਾ ਤਾਂ ਕੁਛ ਵੀ ਨਹੀਂ ਹੈ। ਸੋ ਆਪਾਂ ਕੀ ਕਰਨਾ, ਜਿਹੜਾ 3 ਆ ਇਹਦੇ 'ਚੋਂ ਸਿਲੈਕਟ ਕਰਨੀਆਂ, 2 ਇਹਦੇ 'ਚੋਂ। 3 ਇਹਦੇ 'ਚੋਂ ਸਿਲੈਕਟ ਕਰਨ ਦੇ ਕਿੰਨੇ ਤਰੀਕੇ ਹੋ ਸਕਦੇ ਆ? 7C3। 2 ਇਹਦੇ 'ਚੋਂ ਸਿਲੈਕਟ ਕਰਨ ਦੇ ਕਿੰਨੇ ਤਰੀਕੇ ਹੋ ਸਕਦੇ ਆ? 8C2। ਅਤੇ ਕੁੱਲ, ਕਿਉਂਕਿ ਇਹ ਇੰਡੀਪੈਂਡੈਂਟ ਆ, ਇਹਨਾਂ ਦੀ ਹੋ ਗਈ ਪ੍ਰੋਡਕਟ। ਠੀਕ ਹੈ। ਸੋ ਇਹ ਟੋਟਲ ਨੰਬਰ ਆਫ ਵੇਜ਼ ਬਣ ਜਾਂਦੇ ਆ ਆਪਣੇ ਕੋਲੇ, ਸੌਰੀ ਫੇਵਰੇਬਲ ਕੇਸਿਸ ਇਹਦੇ ਵਾਲੇ। ਕੁੱਲ ਕਿੰਨੀਆਂ ਸਿਲੈਕਟ ਕੀਤੀਆਂ? ਦੇਖੋ ਕੁੱਲ ਕਿੰਨੀਆਂ ਸਿਲੈਕਟ ਕੀਤੀਆਂ ਇੱਥੇ? 5। ਕਿੰਨਿਆਂ 'ਚੋਂ? 15 'ਚੋਂ। ਸੋ ਟੋਟਲ ਆਊਟਕਮਸ ਇਹ ਆ ਗਈਆਂ। ਮਤਲਬ ਇਹ ਟੋਟਲ ਹੋ ਜਾਂਦਾ, ਇਹਦੇ 'ਚ ਆਪਾਂ ਸਾਰੀਆਂ ਮਿਕਸ ਕਰ ਦਿੰਦੇ ਹਾਂ, ਇਹ ਲੈਵਲ ਲਾ ਦਿੰਦੇ ਹਾਂ ਟੋਟਲ ਵਾਲੇ 'ਚ। ਕਿੰਨੀਆਂ ਹੋ ਗਈਆਂ? 5। ਕਿੰਨਿਆਂ 'ਚੋਂ? 15 'ਚੋਂ। ਟੋਟਲ ਵਾਲੇ 'ਚ ਇਹ ਲਾ ਦਿੰਦੇ ਹਾਂ। ਇਹ ਹੋ ਗਈਆਂ ਫੇਵਰੇਬਲ, ਇਹ ਹੋ ਗਈਆਂ ਟੋਟਲ। ਠੀਕ ਹੈ, ਸਿੱਧਾ ਜਿਹਾ ਕੰਮ। ਦੇਖੋ ਇਹਨੂੰ ਥੋੜ੍ਹਾ ਜਿਹਾ ਜਰਨਲਾਈਜ਼ ਕਰੋ ਕੰਸੈਪਟ ਨੂੰ, ਕਿਉਂਕਿ ਆਪਾਂ ਵੇਰੀਏਬਲ 'ਚ ਜਾਣਾ। ਸੋ ਐਕਸ ਦੀ ਗੱਲ ਉੱਥੇ ਹੋਣੀ ਹੀ ਆ। ਐਕਸ ਦੀ ਗੱਲ ਕਰੀਏ, ਜੇ ਮੰਨ ਲਓ ਆਪਣੇ ਕੋਲੇ ਮੈਂ ਤੁਹਾਨੂੰ ਕਹਾਂ ਕਿ 15 ਗੇਂਦਾਂ, ਇਹਨਾਂ 'ਚੋਂ ਐਕਸ ਸਿਲੈਕਟ ਕਰਨੀਆਂ, ਤੁਸੀਂ ਐਕਸ ਸਿਲੈਕਟ ਕਰਨੀਆਂ, ਉਹਦੇ 'ਚ 2 ਵਾਈਟ ਹੋਣੀਆਂ ਚਾਹੀਦੀਆਂ। ਹੁਣ ਦੱਸੋ ਇੱਕ ਚੀਜ਼ ਹੈ ਕਿ ਜੇ 2 ਵਾਈਟ ਹੋਣ ਤਾਂ ਨੋਨ ਵਾਈਟ ਕਿੰਨੀਆਂ ਹੋਣਗੀਆਂ? ਜੇ ਐਕਸ 'ਚੋਂ 2 ਵਾਈਟ ਆ, ਐਕਸ ਟੋਟਲ ਆ, 2 ਵਾਈਟ ਆ, ਅਤੇ ਬਲੈਕ ਕਿੰਨੀਆਂ ਹੋਣਗੀਆਂ ਫਿਰ? ਨੋਨ ਵਾਈਟ। x-2 ਨੋਨ ਵਾਈਟ ਹੋਣਗੀਆਂ। ਨੋਨ ਵਾਈਟ ਮਤਲਬ ਬਲੈਕ ਹੋਣਗੀਆਂ। ਠੀਕ ਹੈ, ਜਾਣੀ ਕਿ ਮੈਂ ਤੁਹਾਨੂੰ ਕਿਹਾ ਕਿ ਪ੍ਰੋਬੇਬਿਲਟੀ ਦੱਸੋ 2 ਵਾਈਟ ਹੋਣ ਦੀ, ਅਤੇ ਬਸ ਇੰਨਾ ਪੁੱਛਿਆ। ਪਰ ਤੁਸੀਂ ਆਪ ਹੀ ਇੱਥੇ ਸਮਝ ਜਾਣਾ ਕਿ x-2 ਆ ਜਿਹੜੀਆਂ ਉਹ ਬਲੈਕ ਹੋਣੀਆਂ ਚਾਹੀਦੀਆਂ, 2 ਵਾਈਟ ਹੋਣੀਆਂ ਚਾਹੀਦੀਆਂ, x-2 ਬਲੈਕ ਹੋਣੀਆਂ ਚਾਹੀਦੀਆਂ। ਫੇਰ ਹੀ ਟੋਟਲ ਐਕਸ ਸਿਲੈਕਟ ਹੋਣਗੀਆਂ ਨਾ। ਜੇ ਕਿਸੇ ਨੂੰ ਲੱਗਦਾ ਕਿ 2 ਵਾਈਟ ਹੋਵੇ ਅਤੇ 1 ਬਲੈਕ ਹੋਵੇ, ਇਹ ਤਾਂ ਫਿਰ 3 ਹੋ ਗਈਆਂ, ਇਹ ਤਾਂ ਗੜਬੜ ਹੋ ਗਈ। ਠੀਕ ਹੈ। ਸੋ ਕੁੱਲ ਜੇ ਐਕਸ ਸਿਲੈਕਟ ਕਰਨੀਆਂ, ਅਤੇ ਮੈਂ ਤੁਹਾਨੂੰ ਕਹੀ ਜਾਂਦਾ ਕੁੱਲ ਐਕਸ ਸਿਲੈਕਟ ਕਰੋ, ਵਿੱਚ 2 ਵਾਈਟ ਹੋਣ, ਇਹਦਾ ਮਤਲਬ x-2 ਬਲੈਕ ਹੋਣੀਆਂ ਚਾਹੀਦੀਆਂ। ਉਹ ਆਟੋਮੈਟਿਕਲੀ ਇੱਕ ਕਾਮਨ ਸੈਂਸ ਨਾਲ ਹੀ ਆਪਾਂ ਸਮਝ ਜਾਂਦੇ ਹਾਂ। ਸੋ ਹੁਣ ਇਹ ਸਿਲੈਕਟ ਕਰਨ ਦੇ ਤਰੀਕੇ ਦੱਸੋ। 2 ਵਾਈਟ ਤਾਂ ਇਹਦੇ 'ਚੋਂ ਹੀ ਸਿਲੈਕਟ ਹੋਣਗੀਆਂ, 8C2, ਅਤੇ x-2 ਕਿਹਦੇ 'ਚੋਂ ਸਿਲੈਕਟ ਹੋਣਗੀਆਂ? 7C(x-2). ਠੀਕ ਹੈ ਜੀ। ਇਹ ਪ੍ਰੋਬੇਬਿਲਟੀ, ਇਹ ਕੀ ਹੋ ਗਏ? ਨੰਬਰ ਆਫ ਵੇਜ਼ selecting 2 white out of 2 whites out of x। ਠੀਕ ਹੈ ਜੀ। ਅਤੇ ਇਹ ਹੋ ਗਏ। ਅੱਛਾ, ਜੇ ਇਸੇ ਚੀਜ਼ ਦੀ ਪ੍ਰੋਬੇਬਿਲਟੀ ਕੱਢਣੀ ਹੋਵੇ, ਫਿਰ ਥੱਲੇ ਦੇ ਟੋਟਲ ਆਊਟਕਮਸ ਵੀ ਲਾਉਣੀਆਂ ਪੈਣਗੀਆਂ। ਟੋਟਲ ਇਹਨਾਂ ਨੂੰ ਮਿਕਸ ਕਰ ਦਈਦਾ ਹੁੰਦਾ। ਮਿਕਸ ਕਰਕੇ ਕੀ ਆਇਆ? ਕੁੱਲ ਆ ਗਈਆਂ 15, 8 7 15, ਅਤੇ ਸਿਲੈਕਟ ਕਿੰਨੀਆਂ ਕੀਤੀਆਂ? ਐਕਸ। ਇਹ ਤੁਹਾਡਾ ਕੁਐਸਚਨ ਆ ਗਿਆ। ਠੀਕ ਹੈ, ਬਸ ਇਹ ਇੱਦਾਂ ਆਪਾਂ ਬਣਾਈ ਜਾਣਾ। ਹੁਣ ਮੈਂ ਰੈਂਡਮ ਵੇਰੀਏਬਲ ਡਿਫਾਈਨ ਕਰਨ ਲੱਗਾ। ਦੇਖੋ ਇਹਦੇ ਬਾਰੇ ਜ਼ਿਆਦਾ ਕਨਫਿਊਜ਼ ਹੋਣ ਦੀ ਲੋੜ ਨਹੀਂ ਹੈ। ਰੈਂਡਮ ਵੇਰੀਏਬਲ ਮੇਨ ਆਪਣਾ ਕੰਮ ਇੱਥੋਂ ਸ਼ੁਰੂ ਹੋਇਆ। ਪਿਛਲਾ ਜਿਹੜਾ ਇਹਦੀ ਲੋੜ ਪੈਣੀ ਆ ਆਪਾਂ ਨੂੰ। ਜੇ ਨਾ ਸਮਝ ਲੱਗੀ ਕਿਤੇ ਵੀ ਤਾਂ ਮੈਨੂੰ ਪੁੱਛ ਲਿਓ। ਰੈਂਡਮ ਵੇਰੀਏਬਲ ਕੀ ਹੁੰਦਾ ਆ? ਜੇ ਬੇਸਿਕਲੀ ਇਹ ਇੱਕ ਫੰਕਸ਼ਨ ਹੁੰਦਾ ਜਿਹੜਾ ਐਸ ਜਿਹੜਾ ਸੈਂਪਲ ਸਪੇਸ ਤੋਂ ਇੱਕ ਰੀਅਲ ਨੰਬਰ ਤੱਕ ਜਾਂਦਾ। ਠੀਕ ਹੈ, ਕਿਵੇਂ ਡਿਫਾਈਨ ਕਿਵੇਂ ਕਰਦੇ ਆ ਇਹ ਆਪਾਂ? ਜੇ ਇਹਨੂੰ ਜ਼ਿਆਦਾ ਡੀਪ ਨਹੀਂ ਆਪਾਂ ਜਾਂਦੇ, ਥੋੜ੍ਹਾ ਜਿਹਾ ਸ਼ਾਰਟ 'ਚ ਹੀ ਮੈਂ ਤੁਹਾਨੂੰ ਇਹਨੂੰ ਡਿਫਾਈਨ ਕਰ ਦਿੰਦਾ। ਜਿਵੇਂ ਆਪਾਂ ਇੱਕ ਐਗਜ਼ਾਮਪਲ ਕੀਤੀ ਸੀਗੀ ਸਿੱਕੇ ਨੂੰ 2 ਵਾਰ ਉਛਾਲਣ ਵਾਲੀ। HH
TH HT TT। ठीक है जी। ਇਹਦੇ 'ਚ ਮੈਂ x ਦਾ ਇਹ ਸੈਂਪਲ ਸਪੇਸ ਹੋ ਗਿਆ ਹੈ ਨਾ, 2 ਵਾਰ ਸਿੱਕਾ ਉਛਾਲਣ ਦੀ। x ਦਾ ਮੈਂ ਕੋਈ ਨਾਮ ਰੱਖ ਦਿੰਦਾ ਨੰਬਰ ਆਫ ਹੈਡਸ। ਹੁਣ x ਦੀਆਂ ਵੈਲਿਊਜ਼ ਕੀ ਆ, ਹਮੇਸ਼ਾ ਹੀ x ਦੀਆਂ ਵੈਲਿਊ ਇਹਦੇ 'ਤੇ ਡਿਪੈਂਡ ਕਰਦਾ ਹੁੰਦਾ ਵੀ x ਨੂੰ ਡਿਫਾਈਨ ਕੀ ਕੀਤਾ ਆਪਾਂ। ਇੱਥੇ x ਦੀਆਂ ਹੈਡ ਵੈਲਿਊ ਕੀ ਹੋ ਸਕਦੀ ਹੈ, ਨੰਬਰ ਆਫ ਹੈਡ ਕਿੰਨੀਆਂ ਹੋ ਸਕਦੀਆਂ, ਪਹਿਲਾਂ ਤਾਂ 0 ਹੋ ਸਕਦੀ ਹੈ, 1 ਵੀ ਹੋ ਸਕਦੀ ਹੈ ਅਤੇ 2 ਵੀ ਹੋ ਸਕਦੀ। x ਦੀਆਂ 3 ਵੈਲਿਊਜ਼ ਆ ਗਈਆਂ ਜਸਟ ਇੱਕ ਚੀਜ਼ ਡਿਫਾਈਨ ਕਰਨ ਨਾਲ। ਉਸ ਤੋਂ ਬਾਅਦ ਜਦੋਂ ਵੀ ਤੁਹਾਨੂੰ ਪੁੱਛਿਆ ਜਾਊਗਾ x = 0, ਇਹਦਾ ਮਤਲਬ ਕੀ ਹੈ ਕਿ 0 ਹੈਡ ਹੋਵੇ। 0 ਹੈਡ ਦਾ ਮਤਲਬ ਕੀ ਹੈ, TT ਪ੍ਰੋਬਿਲਟੀ ਆਫ ਟੇਲ ਮਤਲਬ ਕੱਲੀ ਟੇਲ। ਅਤੇ ਇਹਦੇ ਚਾਂਸ ਕੀ ਹੈ, ਦੇਖੋ ਫੇਵਰੇਬਲ ਆਊਟਕਮ ਕੀ ਹੋ ਗਈ 1 ਜਾਣੀ ਕਿ ਟੇਲ ਅਤੇ ਟੋਟਲ ਆਊਟਕਮਸ ਕਿੰਨੀਆਂ 4। ਉਸ ਤੋਂ ਬਾਅਦ x ਜਦੋਂ 1 'ਤੇ ਪ੍ਰੋਬਿਲਟੀ ਤੁਹਾਨੂੰ ਪੁੱਛੀ ਜਾਂਦੀ ਹੈ, ਇਹਦਾ ਮਤਲਬ ਕੀ ਹੁੰਦਾ ਕਿ ਓਨਲੀ 1 ਹੈਡ, ਮਤਲਬ TH ਅਤੇ HT। ਠੀਕ ਹੈ, ਫੇਵਰੇਬਲ ਆਊਟਕਮਸ 2 ਹੋ ਗਈਆਂ, ਟੋਟਲ ਆਊਟਕਮਸ ਕਿੰਨੀਆਂ, ਇਹ ਤਾਂ 4 ਹੀ ਆ, ਸੋ 1/2। ਫਿਰ ਪ੍ਰੋਬਿਲਟੀ 2 'ਤੇ, ਇਹਦਾ ਮਤਲਬ ਕੀ ਹੈ 2 ਹੈਡ, ਇਹਦਾ ਮਤਲਬ ਕੀ ਹੈ HH। ਠੀਕ ਹੈ, ਇਹ ਕਿੰਨੀ ਹੈ ਪ੍ਰੋਬਿਲਟੀ ਇਹਦੀ, ਫੇਵਰੇਬਲ ਆਊਟਕਮਸ ਕੀ ਹੈ 1, ਟੋਟਲ ਆਊਟਕਮ 4, 1/4। ਗੌਰ ਨਾਲ ਦੇਖੋ ਰਾਜੇ, ਇੱਥੇ ਆਪਾਂ ਕੀ ਕਰਦੇ ਹੁੰਦੇ ਹਾਂ, ਫਿਰ ਇੱਕ ਟੇਬਲ ਜਿਹਾ ਬਣਾ ਲਈਦਾ। ਇੱਥੇ x ਦੀਆਂ ਵੈਲਿਊਜ਼, ਥੱਲੇ ਉਹਨਾਂ ਵੈਲਿਊਜ਼ 'ਤੇ ਪ੍ਰੋਬਿਲਟੀ। x ਦੀ ਵੈਲਿਊ ਪਹਿਲੀ 0, ਫਿਰ 1 ਹੁੰਦੀ ਹੈ, ਫਿਰ 2, 0 'ਤੇ ਪ੍ਰੋਬਿਲਟੀ ਕਿੰਨੀ ਆ ਲਿਖੀ ਹੈ 1/4, ਫਿਰ 1/2, ਫਿਰ 1/4। ਇਹ ਜਿਹੜਾ ਆ ਜਾਂਦਾ ਇਹਨੂੰ ਕਹਿੰਦੇ ਆ ਪ੍ਰੋਬਿਲਟੀ ਮਾਸ ਫੰਕਸ਼ਨ, ਇਹ ਵੀ ਕਹਿ ਦਿੰਦੇ ਆ। ਇਹ ਜਿਹੜਾ ਟੇਬਲ ਆ, ਇਹ ਟੇਬਲ ਇੱਕ ਫੰਕਸ਼ਨ ਦੇ ਤੌਰ 'ਤੇ ਲਿਆ ਜਾਂਦਾ, ਇਹਨੂੰ ਆਪਾਂ ਪ੍ਰੋਬਿਲਟੀ ਮਾਸ ਫੰਕਸ਼ਨ ਵੀ ਕਹਿ ਸਕਦੇ ਹਾਂ। ਠੀਕ ਹੈ ਜੀ। ਅੱਛਾ, ਉਸ ਤੋਂ ਬਾਅਦ ਇੱਕ ਚੀਜ਼ ਇਹਦੇ 'ਚ ਓਬਜ਼ਰਵ ਕਰੋ, ਰੈਂਡਮ ਵੇਰੀਏਬਲ ਤੁਹਾਨੂੰ ਪਤਾ ਲੱਗ ਗਿਆ ਕੀ ਹੁੰਦਾ, ਡਿਫਾਈਨ ਕਿਵੇਂ ਕੀਤਾ ਜਾਂਦਾ, ਇੱਦਾਂ ਡਿਫਾਈਨ ਕੀਤਾ ਜਾਂਦਾ, ਉਹ ਵੀ ਪਤਾ ਲੱਗ ਗਿਆ। ਉਸ ਤੋਂ ਬਾਅਦ ਇੱਕ ਚੀਜ਼ ਦੇਖੋ, ਇਹਨਾਂ ਸਾਰਿਆਂ ਦਾ ਸਮ ਕਰੋ ਜਿਹੜੀਆਂ ਪ੍ਰੋਬਿਲਟੀਆਂ ਥੱਲੇ ਪਈਆਂ। ਪ੍ਰੋਬਿਲਟੀ x = 0, ਪ੍ਰੋਬਿਲਟੀ x = 1, ਪ੍ਰੋਬਿਲਟੀ x = 2 ਕੀ ਆਉਂਦੀ ਹੈ ਇਹ, ਪਹਿਲੀ 'ਤੇ 1/4, ਦੂਜੇ 'ਤੇ 1/2, ਫਿਰ 1/4 ਕੀ ਬਣ ਗਿਆ, ਇਹ 1 ਬਣਦਾ। ਹਮੇਸ਼ਾ ਹੀ ਇੱਕ ਚੀਜ਼ ਯਾਦ ਰੱਖਿਓ ਕਿ ਪ੍ਰੋਬਿਲਟੀ ਮਾਸ ਫੰਕਸ਼ਨ ਆ ਜਿਹੜੀਆਂ, ਜਾਣੀ ਕਿ ਇਹਦੀਆਂ ਪ੍ਰੋਬਿਲਟੀਜ਼ ਦੇ ਜਿਹੜਾ ਸਮ ਹੁੰਦਾ ਉਹ 1 ਹੁੰਦਾ। ਜਾਣੀ ਕਿ ਰੈਂਡਮ ਵੇਰੀਏਬਲ 'ਤੇ ਜਿਹੜੀ ਪ੍ਰੋਬਿਲਟੀ ਆਉਂਦੀ ਆ ਉਹਦਾ ਜਿਹੜਾ ਆਨਸਰ ਆ ਉਹ 1 ਹੁੰਦਾ। ਸਮ ਜਿਹੜਾ ਉਹ 1 ਹੁੰਦਾ। ਅੱਛਾ, ਇੱਕ ਚੀਜ਼ ਦੇਖੋ, ਫਿਰ ਜੇ ਕੋਈ ਤੁਹਾਨੂੰ ਪੁੱਛੇ ਪ੍ਰੋਬਿਲਟੀ x = -1 ਕੀ ਆ, ਹੁਣ -1 ਤਾਂ ਇੱਥੇ ਵੈਲਿਊ ਹੀ ਹੈ ਨਹੀਂ, ਸੋ ਪ੍ਰੋਬਿਲਟੀ x = -1 ਕੀ ਆ ਜੂਗੀ 0, ਕਿਉਂਕਿ ਉਹ ਹੋ ਹੀ ਨਹੀਂ ਸਕਦੀ, x ਦੀ ਵੈਲਿਊ -1 ਹੋ ਹੀ ਨਹੀਂ ਸਕਦੀ। ਸੋ ਇਹਦਾ ਮਤਲਬ ਕੀ ਹੋ ਗਿਆ, ਅਲਟੀਮੇਟਲੀ ਉਹ ਹੋ ਗਿਆ ਇੰਪੋਸੀਬਲ ਇਵੈਂਟ। ਸੋ ਇੰਪੋਸੀਬਲ ਇਵੈਂਟ ਦੀ ਪ੍ਰੋਬਿਲਟੀ ਕੀ ਹੁੰਦੀ ਹੈ 0। ਬਸ ਇਹ ਚੀਜ਼ ਯਾਦ ਰੱਖਿਓ। ਠੀਕ ਹੈ, 1-2 ਚੀਜ਼ਾਂ ਆਪਾਂ ਡਿਫਾਈਨ ਕਰ ਲਈਆਂ। ਇੱਕ ਹੋਰ ਚੀਜ਼ ਇੱਥੇ ਓਬਜ਼ਰਵ ਕਰੋ, ਜਿਹੜੀ ਪ੍ਰੋਬਿਲਟੀ ਹੈ ਕੋਈ ਵੀ, ਇਹ ਤੁਹਾਨੂੰ ਪਤਾ ਹੀ ਹੈ, ਭਾਵੇਂ ਕਿਸੇ ਵੀ ਵੈਲਿਊ 'ਤੇ ਦੇਖੀਏ x ਦੀ, ਇਹ 0 ਤੋਂ 1 ਦੇ ਵਿੱਚ ਰਹਿ ਰਹੀ ਹੈ ਅਤੇ ਹਮੇਸ਼ਾ ਹੀ 0 ਤੋਂ 1 ਦੇ ਵਿੱਚ ਹੀ ਹੁੰਦੀ ਆ ਪ੍ਰੋਬਿਲਟੀ। ਠੀਕ ਹੈ, ਸੋ ਇਹ ਵੀ ਆਪਾਂ ਨੂੰ ਧਿਆਨ ਰੱਖਣਾ ਪਊ। ਹੁਣ ਇੱਥੇ 2 ਵੈਲਿਊਜ਼ ਆਪਾਂ ਡਿਫਾਈਨ ਕਰ ਲਈਆਂ, 2 ਚੀਜ਼ਾਂ। ਇੱਕ ਤਾਂ ਜਿਹੜੀ ਪ੍ਰੋਬਿਲਟੀ x ਦੀ ਕਿਸੇ ਵੀ ਵੈਲਿਊ 'ਤੇ ਦੇਖਦੇ ਹਾਂ, ਇਹ ਹੁੰਦੀ ਹੈ 0 ਤੋਂ 1 ਦੇ ਵਿੱਚ। ਅਤੇ ਦੂਸਰਾ, ਜਦੋਂ ਇਹਨਾਂ ਸਾਰੀਆਂ ਵੈਲਿਊ ਦਾ ਸਮ ਕਰੀਦਾ, ਇਹਨੂੰ ਨਾ ਇੱਦਾਂ ਲਿਖਦੇ ਹੁੰਦੇ ਆ ਨੋਟੇਸ਼ਨ, x ਸਮੋਲ ਇੱਥੇ ਪਾ ਦੀ ਹੈ। ਇਹਦਾ ਮਤਲਬ ਉਹੀ ਹੈ ਕਿ ਜਿਵੇਂ ਮੈਂ ਇੱਥੇ ਲਿਖਿਆ ਨਾ ਕਿ ਸਾਰੀਆਂ ਵੈਲਿਊਜ਼ ਦਾ ਸਮ, ਜਿਵੇਂ ਇੱਥੇ ਲਿਖਿਆ, ਇਹ ਦੇਖੋ ਸਮ ਪਾਇਆ ਹੋਇਆ ਨਾ, ਅਤੇ ਕੀ ਆਇਆ ਹੋਇਆ 1। ਇਹਨੂੰ ਇੱਦਾਂ ਸ਼ਾਰਟ 'ਚ ਲਿਖਣਾ ਹੋਵੇ ਇੱਦਾਂ ਲਿਖ ਦਈਦਾ, ਇਹ ਹੁੰਦਾ 1। ਇਹ 2 ਕੰਡੀਸ਼ਨਾਂ, ਜਿਹੜਾ ਵੀ ਫੰਕਸ਼ਨ P(x = x) ਇਹ 2 ਕੰਡੀਸ਼ਨਾਂ ਸੈਟਿਸਫਾਈ ਕਰਦਾ, ਉਹਨੂੰ ਕਹਿ ਦਿੰਦੇ ਆਪਾਂ ਪ੍ਰੋਬਿਲਟੀ ਮਾਸ ਫੰਕਸ਼ਨ। ਸੋ ਇਹ ਯਾਦ ਰੱਖਿਓ, x ਦੀ ਵੈਲਿਊ ਹੁਣ ਰੈਂਡਮ ਵੇਰੀਏਬਲ ਤੁਹਾਨੂੰ ਕਲੀਅਰ ਹੋ ਗਿਆ, ਪ੍ਰੋਬਿਲਟੀ ਮਾਸ ਫੰਕਸ਼ਨ ਕੀ ਹੁੰਦਾ ਇਹ ਵੀ ਕਲੀਅਰ ਹੋ ਗਿਆ। ਠੀਕ ਹੈ ਜੀ। ਹੁਣ 1-2 ਕੁਐਸਚਨ ਆ ਜਿਹੜੇ ਉਹ ਆਪਾਂ ਡਿਸਕਸ ਕਰਦੇ ਹਾਂ। ਇੱਕ ਮਿੰਟ ਵੇਟ ਕਰੋ। ਜਿਵੇਂ ਇੱਕ ਐਗਜ਼ਾਮਪਲ ਆ ਰਾਜੇ, ਥੋੜ੍ਹਾ ਜਿਹਾ ਨਾ ਇੱਕ ਚੀਜ਼ ਆ ਵੀ ਆਪਣੇ ਨਾ ਪੇਪਰਾਂ ਦੀ ਵਿੱਚ ਡਿਊਟੀ ਲੱਗ ਜਾਂਦੀ ਆ, ਉਹਦੇ ਕਰਕੇ ਨਾ ਥੋੜ੍ਹਾ ਜਿਹਾ ਟਾਈਮ ਇਹ ਪ੍ਰੋਬਲਮ ਆ, ਉਹ ਸਾਨੂੰ ਪ੍ਰਿੰਟ ਵਗੈਰਾ ਕੱਢ ਕੇ ਸਾਂਭਣੇ ਪੈਂਦੇ ਆ ਅਤੇ ਰਿਕਾਰਡ ਵੀ ਰੱਖਣਾ ਪੈਂਦਾ। ਉਹਦੇ ਵਾਸਤੇ ਥੋੜ੍ਹੇ ਜਿਹੇ ਦਿਨ ਅਸੀਂ ਵਿੱਚ ਖ਼ਰਾਬ ਵੀ ਹੋਏ ਆ ਲੈਕਚਰ, ਅਤੇ ਅੱਜ ਮੈਂ ਮੇ ਬੀ ਇੱਕ ਲੈਕਚਰ ਭੇਜਾਂ ਤੁਹਾਨੂੰ। ਠੀਕ ਆ, ਫਿਰ ਕੱਲ੍ਹ ਤੋਂ
ਆਪਣਾ ਸ਼ੁਰੂ ਹੋ ਜਾਊਗਾ ਫਿਰ ਤੋਂ, ਜਦੋਂ ਮਤਲਬ ਜਿੰਨੇ ਲੈਕਚਰ ਟਾਈਮ ਟੇਬਲ ਦੇ ਅਕੋਰਡਿੰਗ ਆ। ਅੱਜ ਦਾ ਦਿਨ ਉਹ ਥੋੜ੍ਹਾ ਜਿਹਾ, ਕਿਉਂਕਿ ਉੱਥੇ ਵੀ ਅਸੀਂ ਬਿਜ਼ੀ ਰਹਿੰਦੇ ਹਾਂ, ਠੀਕ ਆ, ਉਹ ਇੱਦਾਂ ਹੀ ਲੰਘ ਜਾਂਦਾ ਟਾਈਮ, ਠੀਕ ਆ, ਉਹਨਾਂ ਨੂੰ ਸਾਂਭਣ ਸੰਭਾਲ ਕਰਨ ਵਿੱਚ ਹੀ, ਕਿਉਂਕਿ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਇਹ ਆਪਣਾ ਯੂਨੀਵਰਸਿਟੀ ਸਹੀ ਸਲਾਮਤ ਭੇਜਣੇ ਆ। ਅਤੇ ਦੂਸਰੀ ਗੱਲ, ਉਹ ਫਾਈਨਲ ਈਅਰ ਦੇ ਪੇਪਰ ਚੱਲ ਰਹੇ ਆ, ਉਹਨਾਂ ਦੀ ਗੱਲ ਕਰ ਰਿਹਾ ਮੈਂ, ਤਾਂ ਕਰਕੇ ਇੱਕ ਲੈਕਚਰ ਮੈਂ ਭੇਜਦਾ ਹੁੰਦਾ। ਹੌਲੀ ਹੌਲੀ ਮੈਂ ਕੋਈ ਨਾ ਕੱਲ੍ਹ ਨੂੰ ਆਪਣਾ ਜੇ ਮਤਲਬ ਟਾਈਮ ਟੇਬਲ ਦੇ ਅਕੋਰਡਿੰਗ ਜਿੰਨੇ ਲੈਕਚਰ ਹੋਣਗੇ ਉਹਨੇ ਲੱਗ ਜਾਇਆ ਕਰਨਗੇ, ਠੀਕ ਆ। ਚਲੋ ਇੱਕ ਕੁਐਸਚਨ ਦੇਖੋ, ਫਾਈਂਡ ਦ ਪ੍ਰੋਬਿਲਟੀ, ਇਹਨਾਂ ਨੇ ਐਗਜ਼ਾਮਪਲ ਆ ਫਾਈਂਡ ਦ ਪ੍ਰੋਬਿਲਟੀ। ਅੱਛਾ, ਇੱਕ ਚੀਜ਼ ਯਾਦ ਰੱਖਿਓ ਕਿ ਪ੍ਰੋਬਿਲਟੀ 'ਚ ਜਿਹੜੇ ਕੁਐਸਚਨ ਤੁਸੀਂ ਕਰਨੇ ਆ ਉਹ ਐਕਸਰਸਾਈਜ਼ ਦੇ ਵੀ ਕਰਨੇ ਆ, ਐਕਸਰਸਾਈਜ਼ ਦੇ ਵੀ ਕਰਨੇ ਆ, ਅਲਜਬਰਾ ਵਾਲਾ ਕੰਮ ਨਹੀਂ ਕਰਨਾ ਇਹਦੇ 'ਚ ਆਪਾਂ ਬਈ ਕੱਲੀਆਂ ਐਗਜ਼ਾਮਪਲਾਂ ਕਰ ਲਈਏ ਜਾਂ ਕੱਲੀਆਂ ਥਿਊਰਮਾਂ ਕਰ ਲਈਏ, ਇਹਦੇ 'ਚ ਐਕਸਰਸਾਈਜ਼ ਦੇ ਵੀ ਕਰਨੇ ਆ, ਠੀਕ ਆ। ਮੈਂ ਕਰਵਾਊਂਗਾ ਵੀ, ਜਿਵੇਂ ਬਾਕੀ ਐਨਾਲਿਸਿਸ ਦਾ ਚੱਲ ਰਿਹਾ, ਚਲੋ ਜੋ ਵੀ ਆ, ਮੈਂ ਜਿਵੇਂ ਆਪਣਾ ਚੱਲਦਾ ਇਹ ਮੈਂ ਤੁਹਾਨੂੰ ਦੱਸਤਾ। ਪ੍ਰੋਬਿਲਟੀ ਡਿਸਟਰੀਬਿਊਸ਼ਨ ਫੰਕਸ਼ਨ, ਅੱਛਾ, ਫਾਈਂਡ ਦਾ ਪ੍ਰੋਬਿਲਟੀ ਡਿਸਟਰੀਬਿਊਸ਼ਨ function, probability distribution function of the number of heads when 3 coins are tossed। ਹੁਣ ਪ੍ਰੋਬਿਲਟੀ ਡਿਸਟਰੀਬਿਊਸ਼ਨ ਫੰਕਸ਼ਨ ਕਿਹੜਾ ਹੁੰਦਾ ਰਾਜੇ? ਪ੍ਰੋਬਿਲਟੀ ਮਾਸ ਫੰਕਸ਼ਨ ਨੂੰ ਹੀ ਪ੍ਰੋਬਿਲਟੀ ਡਿਸਟਰੀਬਿਊਸ਼ਨ ਫੰਕਸ਼ਨ ਕਹਿ ਦਿੰਦੇ ਆ। ਪ੍ਰੋਬਿਲਟੀ ਮਾਸ ਫੰਕਸ਼ਨ, ਪ੍ਰੋਬਿਲਟੀ ਮਾਸ ਫੰਕਸ਼ਨ, ਉਸੇ ਨੂੰ ਡਿਸਟਰੀਬਿਊਸ਼ਨ ਫੰਕਸ਼ਨ ਕਹਿ ਦਿੰਦੇ ਆ। ਵੈਸੇ ਇਹ ਥੋੜ੍ਹਾ ਜਿਹਾ ਫ਼ਰਕ ਹੁੰਦਾ, ਪਰ ਉਹ ਮੈਂ ਤੁਹਾਨੂੰ ਦੱਸੂਗਾ ਅੱਗੇ ਜਾ ਕੇ ਥੋੜ੍ਹਾ ਜਿਹਾ ਬਈ ਇਹ ਕਿਵੇਂ ਕੈਚ ਕਿਵੇਂ ਕਰਨੀ ਹੈ ਚੀਜ਼, ਕਿਉਂਕਿ ਇੱਕ ਤਾਂ ਹੁੰਦਾ ਕਮੂਲੇਟਿਵ ਡਿਸਟਰੀਬਿਊਸ਼ਨ ਫੰਕਸ਼ਨ, ਇੱਕ ਹੁੰਦਾ ਪ੍ਰੋਬਿਲਟੀ ਡਿਸਟਰੀਬਿਊਸ਼ਨ ਫੰਕਸ਼ਨ। ਇਹ ਦੋਵਾਂ 'ਚ ਕਨਫਿਊਜ਼ ਕਰਦੇ ਆ ਤੁਹਾਡੇ ਬੁੱਕ ਵਾਲੇ। ਅਤੇ ਇੱਕ ਚੀਜ਼ ਮੈਂ ਕਹਿ ਦਿੰਦਾ, ਇਹ ਬੁੱਕ ਹੈ ਜਿਹੜੀ ਤੁਸੀਂ ਪ੍ਰੀਸਾਈਜ਼ ਦੀ ਕੋਈ ਲਾਓਗੇ, ਕਿਉਂਕਿ ਦੂਸਰੀ ਤੋਂ ਤੁਹਾਨੂੰ ਸਮਝ ਨਹੀਂ ਲੱਗਣੀ। ਸਭ ਤੋਂ ਪਹਿਲਾਂ ਸੈਂਪਲ ਸਪੇਸ ਬਣਾ ਲਓ, 3 ਕੋਇਨ ਟੋਸ ਕਰਨ ਦਾ H T ਕੀ ਆ ਸਕਦਾ? ਪਹਿਲਾਂ ਹੈਡ, ਫਿਰ ਟੇਲ, ਫਿਰ ਟੇਲ, ਪਹਿਲਾਂ ਆ ਗਈ ਹੈਡ ਟੇਲ, ਫਿਰ ਟੇਲ ਆ ਗਈ, ਫਿਰ ਹੈਡ, ਫਿਰ ਉਸ ਤੋਂ ਬਾਅਦ ਜਿੱਥੇ ਜਿੱਥੇ ਹੈਡ ਆ ਉੱਥੇ ਉੱਥੇ ਟੇਲ ਕਰ ਦਿਓ, T H। ਮੈਂ ਤਾਂ ਇੱਦਾਂ ਹੀ ਯਾਦ ਰੱਖਦਾ ਹੁੰਦਾ, H T, ਠੀਕ ਹੈ। ਸੋ ਐਕਸ ਆ ਜਿਹੜਾ, ਇਹ ਕੀ ਆਪਾਂ ਨੂੰ ਕਿਹਾ ਹੋਇਆ ਦੇਖੋ, ਪ੍ਰੋਬਿਲਟੀ ਦੇ ਨੰਬਰ, ਪ੍ਰੋਬਿਲਟੀ ਡਿਸਟਰੀਬਿਊਸ਼ਨ ਫੰਕਸ਼ਨ ਆਫ ਦਾ ਨੰਬਰ ਆਫ ਹੈਡਸ। ਸੋ ਐਕਸ ਆ ਜਿਹੜਾ, ਇਹ ਨੰਬਰ ਆਫ ਹੈਡ ਡਿਫਾਈਨ ਕਰਨਾ ਆਪਾਂ, ਅਤੇ ਜੇ ਕਿਸੇ ਨੇ ਹੋਰ ਡਿਫਾਈਨ ਕੀਤਾ ਉਹਦੇ ਨੰਬਰ ਨਹੀਂ ਲੱਗਣੇ। ਕੀ ਨੰਬਰ ਆਫ ਹੈਡ ਹੋ ਸਕਦੇ? 0 ਵੀ ਹੋ ਸਕਦੀ ਆ, ਦੇਖੋ T 1 ਵੀ ਹੋ ਸਕਦੀ ਆ, ਦੇਖੋ ਆਈ ਹੋਈ ਆ 1, 2 ਵੀ ਹੋ ਸਕਦੀ, ਜੇ ਇੱਕ ਵਾਰੀ ਵੀ ਆਈ ਹੈ ਜਿਹੜੀ ਚੀਜ਼ ਉਹ ਲਿਖ ਦਿਓ ਵਿੱਚ, 3 ਵੀ ਹੋ ਸਕਦੀ, 4 ਹੋ ਸਕਦੀ ਹੈ, ਨਹੀਂ ਹੋ ਸਕਦੀ, ਠੀਕ ਹੈ। ਸੋ ਪ੍ਰੋਬਿਲਟੀ x = 0 ਦੀ ਵੈਲਿਊ ਪਹਿਲਾਂ ਤਾਂ ਕੈਲਕੂਲੇਟ ਕਰੋ, ਮਤਲਬ 0 ਹੈਡ, ਉਹ ਕੀ ਆਊਗਾ? T ਕਿੰਨੀ ਹੈ ਇਹ? 1, ਕੁੱਲ 'ਚੋਂ ਕਿੰਨੇ 'ਚੋਂ? 8 ਚੋਂ, ਠੀਕ ਹੈ। x = 1 ਦਾ ਮਤਲਬ ਕੀ ਹੈ ਕਿ ਇੱਕ ਹੈਡ ਕਿਹੜੀ 'ਚ? ਦੇਖੋ ਇਹ ਹੈਡ ਪਈ ਹੈ ਇੱਕ, ਦੇਖੋ 2 ਵਾਰੀ ਟੇਲ, 1 ਵਾਰੀ ਹੈਡ, ਫਿਰ ਹੈਡ ਪਈ ਹੈ THT, ਇੱਕ ਹੈਡ। ਹੋਰ ਕਿੱਥੇ ਆਈ ਹੈ ਇੱਕ ਹੈਡ? 2 ਆ ਗਈ, ਇਹਦੇ 'ਚ 2 ਆ ਗਈ, ਇਹਦੇ 'ਚ 2 ਕਿਤੇ ਨਹੀਂ ਹੈ। ਕਿੰਨੀਆਂ ਇਹ? 3 ਫੇਵਰੇਬਲ ਹੋ ਗਈਆਂ। ਆਊਟਕਮ ਟੋਟਲ ਕਿੰਨੀਆਂ? 8, ਠੀਕ ਹੈ ਜੀ। ਸੋ ਇੱਦਾਂ ਆਪਾਂ ਬਣਾ ਕੇ ਲਿਖ ਦੇਣਾ। x 2 ਆ ਗਿਆ, ਉਸ ਤੋਂ ਬਾਅਦ x ਦੀ ਵੈਲਿਊ 2, ਪ੍ਰੋਬਿਲਟੀ x = 2, ਇਹਦਾ ਮਤਲਬ ਕੀ ਹੋਊਗਾ ਕਿ 2 ਹੈਡ ਉਹ ਕਿਹੜੀਆਂ? THH, HTH, HHT, ਇੱਦਾਂ ਹੀ ਹੋ ਸਕਦੀਆਂ, 2 ਹੈਡ ਆ ਸਕਦੀਆਂ, ਇਸ ਤੋਂ ਬਿਨਾਂ ਹੋਰ ਕੋਈ ਆਪਸ਼ਨ ਹੀ ਨਹੀਂ ਹੈ। ਸੋ ਕਿੰਨੀਆਂ ਆ ਗਈਆਂ ਵੈਲਿਊ? 3, ਕੁੱਲ ਕਿੰਨੀਆਂ? 8। x = ਇਹ ਟੋਟਲ ਆਊਟਕਮਸ ਤਾਂ ਉਨੀਆਂ ਹੀ ਰਹਿਣੀਆਂ ਨਾ, ਇਹ ਫੇਵਰੇਬਲ ਆਊਟਕਮਸ ਆ ਗਈਆਂ। x = 3 ਮਤਲਬ ਤਿੰਨੇ ਹੈਡ, ਫੇਵਰੇਬਲ ਆਊਟਕਮ ਕਿੰਨੀਆਂ? 1, ਕੁੱਲ ਕਿੰਨੀਆਂ? 8। ਸੋ ਇੱਥੇ ਤੁਸੀਂ ਉਸ ਤੋਂ ਬਾਅਦ ਟੇਬਲ ਬਣਾ ਦੇਣਾ, ਜਿਹੜਾ ਇਹ ਪ੍ਰੋਬਿਲਟੀ ਮਾਸ ਫੰਕਸ਼ਨ ਆ ਉਹੀ ਡਿਸਟਰੀਬਿਊਸ਼ਨ ਫੰਕਸ਼ਨ ਕਹਿ ਦਿੰਦੇ ਆ ਉਹਨੂੰ, x 1 2 3, ਠੀਕ ਹੈ। ਪ੍ਰੋਬਿਲਟੀ ਐਟ x ਕੀ ਆਊਗਾ? ਪਹਿਲੀ 0 ਸੀ ਜਦੋਂ 1/8 ਸੀ, ਫਿਰ 1 ਤੇ 3/8 ਸੀ, 2 ਤੇ ਕਿੰਨੀ ਸੀ? ਉਹ ਵੀ 3/8 ਸੀ, ਅਤੇ 3 ਤੇ ਕਿੰਨੀ ਆ? ਆ ਪਈ ਆ 1/8। ਸੋ ਇਹਨੂੰ ਪ੍ਰੋਬਿਲਟੀ ਡਿਸਟਰੀਬਿਊਸ਼ਨ ਫੰਕਸ਼ਨ ਕਹਿ ਦਿੰਦੇ ਆ, ਡਿਸਟਰੀਬਿਊਸ਼ਨ ਫੰਕਸ਼ਨ।
ਇਹ ਚੀਜ਼ ਯਾਦ ਰੱਖਿਓ, ਥੋੜ੍ਹਾ ਜਿਹਾ ਧਿਆਨ ਨਾਲ ਸਿੱਖ ਲਓ। ਅੱਜ ਦਾ ਦਿਨ ਮੈਨੂੰ ਇੱਕ ਹੀ ਲੈਕਚਰ ਭੇਜਣਾ ਪੈਣਾ, ਆਪਣਾ ਲੈਕਚਰ ਖ਼ਰਾਬ ਹੋ ਰਿਹਾ ਪੇਪਰਾਂ ਕਰਕੇ ਯਾਰ ਜੀ। ਮੈਂ ਅਦਰਵਾਈਜ਼ ਦੇਖਾਂਗੇ ਰਿਕਾਰਡਿੰਗ ਹੀ ਭੇਜਣੀ ਆ ਕਿ ਕਿਵੇਂ ਭੇਜਣੀ ਆ, ਪਰ ਜਦੋਂ ਰਿਕਾਰਡਿੰਗ ਭੇਜਿਆ ਕਰੂੰਗਾ, ਜੇ 2 ਲੈਕਚਰ ਹੋਏ ਤਾਂ ਉਹ 2 ਰਿਕਾਰਡਿੰਗ ਹੀ ਭੇਜਿਆ ਕਰੂੰਗਾ ਮੈਂ 40-40 ਮਿੰਟ ਦੀਆਂ, ਠੀਕ ਆ। ਜੇ 1 ਲੈਕਚਰ ਹੋਊ ਤਾਂ 40 ਮਿੰਟ ਦੀ 1 ਰਿਕਾਰਡਿੰਗ ਆਇਆ ਕਰੂਗੀ। ਫਿਲਹਾਲ ਇਹ ਸੋਚਿਓ ਕਿ ਆਪਾਂ ਅੱਜ 1 ਲੈਕਚਰ ਲਾਇਆ, ਠੀਕ ਹੈ, ਕਿਉਂਕਿ ਮਜਬੂਰਨ ਮੈਨੂੰ ਛੱਡਣਾ ਪੈ ਰਿਹਾ।